सतनाम श्री वाहिगुरु साहिब जी। दोहरा मक्खण कर स्नान को दर्शन परसन कीन। पुण्य कराए अरदास को चलियो सोमति परबीन। वाहिगुरु जी का खालसा वाहिगुरु जी की फतेह। सतगुरु सच्चे पातशाह मेहरबान जिस डिठै सब दुख जाए। तेग बहादुर सिमरे घर नौ निधे आवे ताए। सब थाई हुए सहाय। दुख निवारण सतगुरु महाराज सारी दुनिया के दुख दूर करने वाले निवृत्त करने वाले महान शहीद परोपकारी सतगुरु श्री गुरु तेग बहादुर साहब महाराज साहब होरां दे चरण छो पवित्र स्थान ते सतसंगी गुरसिख माई भाई जितने भी आप सारे आन जुड़ बैठे हो सबना नूं जी आया। बहुत भला होया तुसीं एकत्रित होए रोज़ाना वांग। और मेरी खुशकिस्मती है कि कुछ अरसे बाद आप सारिया संगतां दे दर्शन करन दा मैनूं भी सुभाग प्राप्त होया। मानयोग सिंह साहब जी ज्ञानी प्रणाम सिंह जी ਅਤੇ ਸਾਰੇ ਪ੍ਰਬੰਧ ਦਾ ਸਿੰਘ ਸਾਹਿਬਾਨ ਦਾ मैं हार्दिक तौर ਤੇ ਧੰਨਵਾਦ ਕਰਦਾ। ਜਿਵੇਂ ਕਿ ਆਪ ਜੀ ਨੂੰ ਬੜੀ ਪ੍ਰਕਾਰ ਮਾਲੂਮ ਹੋਵੇਗਾ ਕਿ ਅੱਜ ਸਤਿਕਾਰਯੋਗ ਬਾਬਾ ਬੁੱਢਾ ਜੀ ਹੋਰਾਂ ਦਾ ਧੰਨ ਧੰਨ ਸਾਹਿਬ ਜੀ ਦਾ ਜਨਮ ਦਿਨ ਹੈ 518ਵਾਂ। उन्हों के जन्मदिन दी आप सारिया संगतां नूं बहुत बहुत बधाइयां बहुत बहुत मुबारक। अकाल एक गुरसिख दे वास्ते जिन्ने भी लकब वरते जा सकते ने सत्कार नाल जितने भी विशेषण वरते जा सकते हैं मैं समझदा कि सत्कारयोग बाबा जी उन्हां सारे ही विशेषणों के सारिया ही वडियाइयां के मालक सन। गुरु अंगद साहब सच्चे पातशाह जी का वचन है जिस दे बाबत साडे साखीकार कहंदे ने दिखिया आख बुझाया सिफती सच समेओ तिन को क्या उपदेशी है जिन गुर नानक देओ। कि गुरु अंगद साहब सच्चे पातशाह जी ने यह वचन सत्कारयोग बाबा जी होरां नूं संबोधन करदे आखे सन। साडे साखीकारां ने ऐसा क्यों लिखिया है? उन्हां दे लिखण दा कारण है जिन्हां ने सतगुरु गुरु नानक साहब सच्चे पातशाह जी के चरण परसे। भाई गुरदास लिखते ने बड़ी कमाल की बात है तो सही बात है। सतगुरु चरणी जाए शीश निवाया और गुरमत हृदय वसाए मत्था लाया। असी सारे ही समझ सकते हैं तो कह सकते हैं असी सारे मत्था टेकण वाले हाँ रोज़ मत्था टेकीदा। कहते ने बाबा जी उन्हों दे विचों ने जिन्होंने गुरमत हृदय वसाए मत्था लाया जिन्होंने सन्मुख चरणों ते शीश धरिया पर गुरमत नूं हिरदे विच वसाउंदिया होया शब्द सुरतले बुलाए। फिर अंत विच जाके आखिया तिन चन धन जनिंदी माओ सहला आया।
ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਨਿਵਾਜੇ ਹੋਏ ਇਹ ਪ੍ਰਬੰਧਕ ਸਨ। ਸਮਾਂ ਆਇਆ ਉਹਨਾਂ ਦੇ ਨਿਵਾਜੇ ਹੋਏ ਇਹ ਮਹਾਨ ਪ੍ਰਚਾਰਕ ਸਥਾਪਿਤ ਹੋਏ, ਜਿਨ੍ਹਾਂ ਨੂੰ ਬਾਅਦ ਵਿੱਚ ਗ੍ਰੰਥੀ ਨਾਮ ਦਿੱਤਾ ਗਿਆ। ਅੱਜ ਅਸੀਂ ਸਭ ਤੋਂ ਪਹਿਲੇ ਗ੍ਰੰਥੀ ਕਹਿ ਕੇ ਯਾਦ ਕਰਦੇ ਹਾਂ। ਗੁਰੂ ਘਰ ਦੇ ਵਿੱਚ ਸਾਰੇ ਹਾਲਾਤ ਦੇ ਸਨਮੁਖ ਬੜੀ ਦ੍ਰਿੜਤਾ ਦੇ ਨਾਲ, ਗਿਆਨ ਵਿਵੇਕ ਨਾਲ ਭਰਪੂਰ ਹੋ ਕੇ, ਔਰ ਗੁਰਮਤਿ ਤੇ ਜਿਸ ਨੂੰ ਫਿਰ ਗੁਰੂ ਘਰ ਅਸਲ 'ਚ ਆਖਿਆ ਜਾਂਦਾ ਹੈ ਨਾ, ਉਸ 'ਤੇ ਪਹਿਰਾ ਦਿੱਤਾ। ਗੁਰੂ ਘਰ ਤੋਂ ਭਾਵ ਹੁੰਦਾ ਹੈ ਸਾਡਾ ਮੁੱਖ ਰੂਪ ਦੇ ਵਿੱਚ ਗੁਰੂ ਕੀ ਅਥਾਰਟੀ। ਕੇਵਲ ਸਥਾਨ ਦੇ ਵਾਸਤੇ ਅਸੀਂ ਅੱਜ ਕੱਲ੍ਹ ਵਰਤਣ ਲੱਗ ਪਏ ਹਾਂ, ਗੁਰਦੁਆਰਾ ਦੀ ਥਾਂ 'ਤੇ ਅਸੀਂ ਗੁਰੂ ਘਰ ਬੋਲਣ ਲੱਗ ਪਏ ਹਾਂ, ਪਰ ਸਿਧਾਂਤਕ ਰੂਪ ਵਿੱਚ ਤੇ ਸਿੱਖ ਸਾਹਿਤਕ ਰੂਪ ਦੇ ਵਿੱਚ ਗੁਰੂ ਘਰ ਦਾ ਅਰਥ ਹੈ ਗੁਰੂ ਕੀ ਅਥਾਰਟੀ। ਇਸ ਅਥਾਰਟੀ ਨੂੰ ਕਾਇਮ ਰੱਖਣ ਵਾਸਤੇ ਜੇ ਕਦੀ ਜਥੇ ਲੈ ਕੇ ਤੇ ਗਵਾਲੀਅਰ ਜਾਣ ਦੀ ਜ਼ਰੂਰਤ ਪੈ ਗਈ ਤੇ ਬਾਬਾ ਬੁੱਢਾ ਜੀ ਹੋਰਾਂ ਨੇ ਸੰਗਤਾਂ ਦੀ ਅਗਵਾਈ ਕੀਤੀ। ਜੇ ਕਿਤੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਲੱਭਣ ਦੀ ਲੋੜ ਪੈ ਗਈ ਤੇ ਤਾਂ ਅਗਵਾਈ ਕੀਤੀ, ਤੀਜਿਆਂ ਨੂੰ ਲੱਭਣ ਦੀ ਲੋੜ ਪੈ ਗਈ ਤਾਂ ਅਗਵਾਈ ਕੀਤੀ, ਚੌਥਿਆਂ ਦੀ ਸ਼ਰਨ ਦੇ ਵਿੱਚ ਰਹੇ, ਪੰਜਵਿਆਂ ਦੇ ਨਾਲ ਰਹੇ, ਛੇਵਿਆਂ ਦੇ ਨਾਲ ਉਸ ਸਮੇਂ ਵਿੱਚ ਵੀ ਰਹੇ ਜਦੋਂ ਸਧਾਰਨ ਮਸੰਦ ਭਟਕ ਰਹੇ ਸਨ, ਜਦੋਂ ਸਧਾਰਨ ਸਿੱਖ ਕਨਫਿਊਜ਼ ਹੋ ਰਹੇ ਸਨ। ਬਾਬਾ ਬੁੱਢਾ ਜੀ ਨੇ, ਭਾਈ ਗੁਰਦਾਸ ਜੀ ਨੇ ਡਟ ਕੇ ਸਹਿਯੋਗ ਦਿੱਤਾ। ਐਸੀ ਪਾਵਨ ਸ਼ਖਸੀਅਤ ਜਿਨ੍ਹਾਂ ਨੇ ਤਕਰੀਬਨ 125 ਸਾਲ 125 ਵਰੇ ਉਮਰ ਭੋਗੀ ਇਸ ਫਾਨੀ ਸੰਸਾਰ ਤੋਂ ਜਦੋਂ ਚਲਾਣਾ ਕੀਤਾ। ਕਿੰਨੀ ਵਾਰ ਅਸੀਂ ਸੁਣਦੇ ਹਾਂ ਤੇ ਪੜ੍ਹਦੇ ਹਾਂ ਮਹਾਰਾਜ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਉਸ ਵੇਲੇ ਰਮਦਾਸ, ਜਿਹਨੂੰ ਝੰਡਾ ਰਮਦਾਸ ਵੀ ਆਖਿਆ ਜਾਂਦਾ ਹੈ, ਜਿੱਥੇ ਠਹਿਰ ਕੇ ਬਾਬਾ ਜੀ ਹੋਰਾਂ ਨੇ ਲਗਾਤਾਰ ਉਮਰ ਦੇ ਪਿਛਲੇ 20-21 ਸਾਲ ਗੁਜ਼ਾਰੇ ਸਨ, ਉੱਥੇ ਪਹੁੰਚੇ। ਔਰ ਸਨਮੁਖ ਸਨ ਜਿਸ ਵੇਲੇ ਸਤਿਕਾਰਯੋਗ ਬਾਬਾ ਜੀ ਹੋਣੀ ਆਪਣੇ ਅੰਤਮ ਸਵਾਸ ਲੈ ਰਹੇ ਸਨ। ਉਹਨਾਂ ਦੇ ਚਾਰੇ ਪੁੱਤਰ ਕੋਲ ਨੇ, ਭਾਈ ਭਿਖਾਰੀ ਜੀ, ਸਿਧਾਰੀ ਜੀ, ਮਹਿਮਾ ਜੀ, ਭਾਨਾ ਜੀ। ਚਿਤਾ ਉੱਪਰ ਜਬ ਹੀ ਧਰੀ ਸਾਹਿਬ ਬੁੱਢੇ ਦੇ, ਹਰਗੋਬਿੰਦ ਦੇ ਨੈਣ ਤੇ ਚੱਲਿਓ ਨੀਰ ਸਨੇ। ਕਿਤਨਾ ਸਨੇਹ ਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹਿਰਦੇ ਦੇ ਵਿੱਚ ਬਾਬਾ ਜੀ ਹੋਰਾਂ ਦੇ ਪ੍ਰਤੀ, ਬਹੁਤ ਸਨੇਹ। ਐਸੀ ਮਹਾਨ ਸ਼ਖਸੀਅਤ ਜਿਨ੍ਹਾਂ ਦੇ ਬਾਬਤ ਰਾਗੀ ਸਿੰਘ ਮੇਰੇ ਨੌਜਵਾਨ ਵੀਰ ਹੁਣੇ ਸਰਵਣ ਕਰਵਾ ਰਹੇ ਸਨ। ਜਨਮ ਮਰਨ ਦੋਹੋਂ ਮੈਂ ਨਾਹੀ, ਹਾਂਜੀ, ਜਨ ਪਰ ਉਪਕਾਰੀ ਉਹ ਆਏ। ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਣ ਮਿਲਾਏ। ਸਵੇਰੇ ਵੀ ਕੁਝ ਵਿਚਾਰਾਂ ਆਪਾਂ ਕਰਦੇ ਰਹੇ, ਇਹਨੇ ਕੋ ਲਫ਼ਜ਼ ਤੁਸੀਂ ਪ੍ਰਵਾਨ ਕਰਿਓ ਜੇ। ਉਸ ਮਹਾਨ ਸ਼ਖਸੀਅਤ ਤੇ ਸਦਾ ਅਦਬ ਵਿੱਚ ਰਹਿਣਾ, ਸਦਾ ਸਤਿਕਾਰ ਦੇ ਵਿੱਚ ਰਹਿਣਾ, ਜਿਹਨੂੰ ਇਤਿਹਾਸਕਾਰ ਸਿੱਖਾਂ ਦਾ ਕੁਤਬੀ ਸਿਤਾਰਾ ਆਖਦੇ ਨੇ, ਸਭ ਤੋਂ ਉੱਚਾ ਸਿਤਾਰਾ ਮੰਨਦੇ ਨੇ। ਅਰਮਾਨਯੋਗ ਭਾਈ ਸਾਹਿਬ ਹੋਰੀ, ਭਾਈ ਕਾਹਨ ਸਿੰਘ ਜੀ ਨਾਭਾ, ਜਿਹੜੇ ਇਹਨਾਂ ਲਫ਼ਜ਼ਾਂ ਦੇ ਨਾਲ ਆਪਣੀ ਸ਼ਰਧਾ ਭੇਟ ਕਰਦੇ ਨੇ, ਕਰਤਾਰ ਕਿਰਪਾ ਕਰੇ ਸਿੱਖਾਂ ਦੇ ਵਿੱਚ ਬਾਬਾ ਬੁੱਢਾ ਜੀ ਜੈਸੇ ਗ੍ਰੰਥੀ ਸਾਨੂੰ ਪ੍ਰਾਪਤ ਹੁੰਦੇ ਰਹਿਣ। ਐਸੀ ਮਹਾਨ ਸ਼ਖਸੀਅਤ ਨੂੰ
ਯਾਦ ਕਰਦਿਆਂ ਹੋਇਆਂ ਉਹਨਾਂ ਦੇ ਅਦਬ ਦੇ ਵਿੱਚ ਮੈਂ ਪ੍ਰਣਾਮ ਕਰਦਾ। ਆਪ ਸੰਗਤਾਂ ਨੇ ਕੱਲ੍ਹ ਸਰਵਣ ਕੀਤਾ ਹੋਵੇਗਾ ਜ਼ਰੂਰ। ਇਤਿਹਾਸ ਦਾ ਇੱਕ ਵਿਸ਼ੇਸ਼ ਚੈਪਟਰ, ਇਹ ਅਧਿਆਏ ਕਿ ਗੁਰਿਆਈ ਦੀ ਸੇਵਾ ਸੰਭਾਲਣ ਤੋਂ ਬਾਅਦ ਮਾਣਯੋਗ ਭਾਈ ਸਾਹਿਬ ਜੀ ਭਾਈ ਮੱਖਣ ਸ਼ਾਹ ਹੋਰਾਂ ਦੀ ਪ੍ਰੇਰਣਾ ਨਾਲ ਮਹਾਰਾਜ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਵਾਸਤੇ ਆਏ। ਲੇਕਿਨ ਜਿਹੜੇ ਉਸ ਵੇਲੇ ਮਸੰਦ ਸਨ, ਪੁਜਾਰੀ ਸਨ, ਜਿਹੜੇ ਬਾਬਾ ਪ੍ਰਿਥੀ ਚੰਦ ਹੋਰਾਂ ਦੇ ਪੁੱਤਰ ਮਿਹਰਵਾਨ ਦੇ ਪੁੱਤਰ ਅੱਗੇ ਹਰਜੀ ਦੇ ਪੁਜਾਰੀ ਸਨ, ਮਸੰਦ ਸਨ, ਉਹਨਾਂ ਨੇ ਹਰਿਮੰਦਰ ਸਾਹਿਬ ਦੇ ਦਰਵਾਜ਼ੇ ਬੰਦ ਕਰ ਦਿੱਤੇ, ਦਰਸ਼ਨੀ ਡਿਓੜੀ ਦੇ ਦਰਵਾਜ਼ੇ ਬੰਦ ਕਰ ਦਿੱਤੇ ਤੇ ਇੱਧਰ ਉੱਧਰ ਹੋ ਗਏ। ਭਾਈ ਮੱਖਣ ਸ਼ਾਹ ਜਿਸ ਵੇਲੇ ਆਏ ਨੇ, ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ। ਉਹ ਰੋਹ ਵਿੱਚ ਆਉਂਦੇ ਨੇ ਤੇ ਉਹਨਾਂ ਸਾਰਿਆਂ ਨੂੰ ਝਿੜਕਦੇ ਨੇ, ਤਾੜਨਾ ਕਰਦੇ ਨੇ। ਉਹ ਇਸ ਗੱਲ ਤੇ ਪਰੇਸ਼ਾਨ ਹੋ ਕੇ ਵੀ ਸਾਨੂੰ ਵਾਕਿਆ ਪਤਾ ਹੀ ਹੈ ਹੀ ਨਹੀਂ ਸੀ, ਇਹ ਸੱਚ ਹੈ, ਸਾਨੂੰ ਪਤਾ ਹੈ ਹੀ ਨਹੀਂ ਸੀ ਕਿ ਨਵੇਂ ਪਾਤਸ਼ਾਹ ਹੋਣ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਜ ਚੁੱਕੇ ਨੇ, ਬਣ ਚੁੱਕੇ ਨੇ। ਅਸੀਂ ਖਿਮਾ ਮੰਗਦੇ ਹਾਂ। ਮਾਣਯੋਗ ਜੀ ਨੇ ਆਖਿਆ ਜੇ ਤੁਸੀਂ ਖਿਮਾ ਮੰਗਦੇ ਹੋ ਤੇ ਜਾਓ ਫਿਰ ਜਿੱਥੇ ਸਤਿਗੁਰੂ ਬੈਠੇ ਨੇ ਜਾ ਕੇ ਖਿਮਾ ਮੰਗੋ। ਫਿਰ ਵੱਲੇ ਚੱਲ ਕੇ ਆਏ ਔਰ ਉੱਥੇ ਸਤਿਗੁਰਾਂ ਨੇ ਉਹ ਅੱਜ ਵੀ ਜਿਹੜੇ ਨਾ ਇਤਿਹਾਸਕ ਵਚਨ ਜੇ ਕਹੇ ਮੰਨੇ ਸੁਣੇ ਜਾਂਦੇ ਨੇ। ਜਦੋਂ ਇਹਨਾਂ ਨੇ ਕਿਹਾ ਸਾਨੂੰ ਪਤਾ ਨਹੀਂ ਸੀ, ਸਾਡੇ ਕੋਲੋਂ ਭੁੱਲ ਹੋ ਗਈ ਹੈ, ਸਾਨੂੰ ਖਿਮਾ ਕਰ ਦਿਓ ਤੁਸੀਂ, ਤਾਂ ਸਤਿਗੁਰਾਂ ਨੇ ਇਸ ਭਾਂਤ ਦੇ ਵਚਨ ਆਖੇ। ਸਾਡੇ ਮਹਾਕਵੀ ਜੀ ਲਿਖਦੇ, ਨਹਿ ਮਸੰਦ ਤੁਮ ਅੰਮ੍ਰਿਤ ਸਰੀਏ, ਤ੍ਰਿਸ਼ਨਾਗਣ ਤੇ ਅੰਤਰ ਸੜੀਏ। ਤੁਸੀਂ ਅੰਮ੍ਰਿਤ ਸਰੋਵਰ ਦੇ ਇਸ ਪਾਵਨ ਸਥਾਨ ਦੇ ਸ੍ਰੀ ਹਰਿਮੰਦਰ ਸਾਹਿਬ ਦੇ ਮਸੰਦ ਹੋ ਨਹੀਂ। ਜੇ ਹੁੰਦੇ ਤੇ ਲੋਭ ਲਾਲਚ ਦੇ ਨਾਲ ਤੁਸੀਂ ਅੰਦਰੋਂ ਸੜੇ ਹੋਏ ਨਾ ਹੁੰਦੇ, ਈਰਖਾ ਦੇ ਨਾਲ ਅੰਦਰੋਂ ਸੜੇ ਹੋਏ ਨਾ ਹੁੰਦੇ। ਜਿਹੜਾ ਹਰ ਵੇਲੇ ਅੰਮ੍ਰਿਤ ਸਰੋਵਰ ਵਿੱਚ ਚੁੱਬੀਆਂ ਲਾਉਣ ਵਾਲਾ ਹੈ, ਸ਼ਬਦ ਦੇ ਸਰੋਵਰ ਵਿੱਚ ਚੁੱਬੀਆਂ ਲਾਉਣ ਵਾਲਾ ਹੈ, ਇੰਨੀ ਈਰਖਾ ਵਿੱਚ ਹੋਵੇ, ਇੰਨੀ ਦਵੈਸ਼ ਦੇ ਵਿੱਚ ਹੋਵੇ ਤੇ ਬੜੀ ਚਤੁਰਾਈ ਦੇ ਨਾਲ ਝੂਠ ਵੀ ਬੋਲਦਾ ਹੋਵੇ ਆਪਣੀ ਕਮਜ਼ੋਰੀ ਨੂੰ ਛੁਪਾਉਣ ਵਾਸਤੇ, ਨਾ ਮਸੰਦ ਤੁਮੇ ਅੰਮ੍ਰਿਤ ਸਰੀਏ, ਤ੍ਰਿਸ਼ਨਾਗਨ ਤੇ ਅੰਤਰ ਸੜੀਏ। ਜ਼ਰੂਰ ਇੰਨਾ ਧਿਆਨ ਰੱਖ ਲੈਣਾ, ਇਹ ਅੰਮ੍ਰਿਤਸਰ ਨਿਵਾਸੀਆਂ ਦੇ ਬਾਬਤ ਬਚਨ ਨਹੀਂ ਹੋਏ। ਇਹ ਕੁਝ ਕੁ ਗਿਨੇ ਮਿਨੇ ਜਾਂ ਮੁੱਠੀ ਪਰ ਐਸੇ ਲੋਕ ਜਿਹੜੇ ਧਰਮ ਸਥਾਨ ਦੇ ਪ੍ਰਬੰਧ ਤੇ ਉਸ ਵੇਲੇ ਕਾਬਜ਼ ਸਨ ਤੇ ਭ੍ਰਿਸ਼ਟ ਹੋ ਚੁੱਕੇ ਸਨ, ਇਹ ਉਹਨਾਂ ਦੇ ਬਾਬਤ ਬਚਨ ਹੋਏ। ਵਾਪਸ ਪਰਤੇ ਇੱਧਰੋਂ ਭਾਈ ਸਾਹਿਬ ਹੋਰੀ, ਇਹਨਾਂ ਨੇ ਵੀ ਇਸ਼ਨਾਨ ਪਾਨ ਕੀਤਾ ਤੇ ਇਸ਼ਨਾਨ ਪਾਨ ਕਰਕੇ ਤਿਆਰ ਹੋ ਕੇ ਤੇ ਅੱਗੇ ਫਿਰ ਕੀ ਹੁੰਦਾ ਹੈ, ਇਹ ਸਾਰੀ ਵਾਰਤਾ ਮਾਣਯੋਗ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਜਿਵੇਂ ਉਹਨਾਂ ਦੀ ਇਨਫੋਰਮੇਸ਼ਨ ਵਿੱਚ ਹੈ, ਉਹਨਾਂ ਦੀ ਜਾਣਕਾਰੀ ਵਿੱਚ ਹੈ। ਆਓ ਆਪਾਂ ਸਾਰੇ ਸਰਵਣ ਕਰੀਏ, ਨਾਲ ਨਾਲ ਸਮੇਂ ਅਨੁਸਾਰ ਜਿਤਨਾ ਕੁਝ ਹੋ ਸਕਿਆ ਸੰਖੇਪ ਰੂਪ ਵਿੱਚ ਵਿਚਾਰਾਂ ਕਰਨ ਦਾ ਯਤਨ ਕਰਾਂਗੇ। ਮੈਂ ਆਪਣੇ ਵੀਰ ਭਾਈ ਸਾਹਿਬ ਗਿਆਨੀ ਬਲੀ ਸਿੰਘ ਹੋਰਾਂ ਨੂੰ ਬੇਨਤੀ ਕਰਾਂਗਾ, ਪਿਆਰ ਨਾਲ ਸਾਨੂੰ ਪਾਠ ਸਰਵਣ ਕਰਵਾਓ। ਆਪ ਸਾਰੀਆਂ ਸੰਗਤਾਂ ਰਸਨਾ ਪਵਿੱਤਰ ਕਰਦੀਆਂ ਹੋਈਆਂ। ਬੋਲੋ ਜੀ ਸਤਿਨਾਮ ਵਾਹਿਗੁਰੂ, ਬੋਲੋ ਜੀ ਵਾਹਿਗੁਰੂ, ਵਾਹਿਗੁਰੂ, ਬੋਲੋ ਜੀ ਵਾਹਿਗੁਰੂ। ਦੋਹਰਾ ਮੱਖਣ ਘਰ ਇਸਨਾਨ ਕੋ, ਦਰਸ਼ਨ ਪਰਸਨ ਕੀਨ। ਭਾਈ ਸਾਹਿਬ ਹੋਰੀ ਅਗਲਾ ਅਧਿਆਏ ਆਰੰਭ ਕਰਦਿਆਂ ਹੋਇਆਂ ਪਿਛਲੀ ਲੜੀ ਨੂੰ ਨਾਲ ਜੋੜ ਕੇ ਤੇ ਅੱਗੇ ਆਖਦੇ ਨੇ, ਫਿਰ ਭਾਈ ਮੱਖਣ ਸ਼ਾਹ ਹੋਰਾਂ ਨੇ ਇਸ਼ਨਾਨ ਕੀਤਾ ਸਰੋਵਰ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਫਿਰ ਹਰਿਮੰਦਰ ਸਾਹਿਬ ਦੇ ਅੰਦਰ ਗਏ, ਦਰਸ਼ਨ ਕੀਤੇ, ਮਿਲੇ ਗਿਲੇ। ਪੁਨ ਕਰਾਏ ਅਰਦਾਸ ਕੋ, ਚਲਿਓ ਸੁਮਤੀ ਪ੍ਰਬੀਨ। ਕੜਾਹ ਪ੍ਰਸ਼ਾਦ ਦੀ ਦੇਗ ਕਰਵਾਈ, ਜਿਵੇਂ ਆਮ
ਸਿੱਖ ਭਾਵਨਾ ਹੁੰਦੀ ਹੈ, ਸਤਿਕਾਰ ਹੁੰਦਾ ਹੈ। ਔਰ ਉਸ ਤੋਂ ਬਾਅਦ ਨਮਸਕਾਰ ਕਰਕੇ ਤੇ ਉੱਥੋਂ ਤੁਰ ਪਏ, ਵਿਦਾ ਹੋਏ। ਚੌਪਈ ਸ੍ਰੀ ਗੁਰੂ ਤੇਗ ਬਹਾਦਰ ਜਿਤ ਕੋ। ਜਿੱਥੇ ਸਤਿਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਵਿਰਾਜਮਾਨ ਸਨ, ਗਮਨੇ ਹੁਤੇ ਚਲਿਓ ਤਬ ਤਿਤ ਕੋ। ਮਾਨਯੋਗ ਭਾਈ ਸਾਹਿਬ ਜੀ ਉਸ ਪਾਸੇ ਨੂੰ ਤੁਰ ਪਏ। ਅਧਿਕ ਪ੍ਰਸੰਨ ਹੋਏ ਤਿਸ ਛਿਨ ਮੈਂ। ਉਸ ਵੇਲੇ ਹਿਰਦੇ ਵਿੱਚ ਬਹੁਤ ਪ੍ਰਸੰਨ ਸਨ ਆਪ ਜੀ। ਮਹਿਸਾ ਸਤਿਗੁਰ ਕੀ ਲਖ ਮਨ ਮੈਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਜਾਣ ਕੇ, ਜਿਸ ਕਰਕੇ ਉਹਨਾਂ ਨੂੰ ਖੁਸ਼ੀ ਹੁੰਦੀ ਸੀ। ਸਹਿਨਸ਼ੀਲ ਜਿਨ ਕੇ ਨ ਸਮਾਨਾ। ਅਹਿਸਾਸ ਕਰਦੇ ਸਨ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਵਰਗਾ ਕੋਈ ਸਹਿਨਸ਼ੀਲ ਜਗਤ ਵਿੱਚ ਨਹੀਂ ਹੋਵੇਗਾ। ਸਰਬ ਸ਼ਕਤਿਧਰ ਸ੍ਰੀ ਭਗਵਾਨਾ। ਜਿਹੜੇ ਕਿ ਸਾਰੀਆਂ ਸ਼ਕਤੀਆਂ ਕਰਕੇ ਸਾਡੇ ਸ੍ਰੀ ਭਗਵਾਨ ਨੇ। ਮਗ ਮਹਿ ਇਮਠਾਨਤ ਵਡਿਆਈ। ਇਉਂ ਤੁਰੇ ਜਾਂਦਿਆਂ ਹੋਇਆਂ, ਸਤਿਗੁਰਾਂ ਦੀਆਂ ਵਡਿਆਈਆਂ ਦਾ ਚਿੰਤਨ ਕਰਦਿਆਂ ਹੋਇਆਂ ਪਹੁੰਚਿਓ ਗ੍ਰਾਮ ਗੁਰੂ ਜਿਸ ਥਾਈ। ਉਸ ਨਗਰ ਵਿੱਚ, ਜਿਸ ਨਗਰ ਦਾ ਨਾਮ ਸੀ ਵੱਲਾ, ਉੱਥੇ ਮਾਨਯੋਗ ਭਾਈ ਸਾਹਿਬ ਜੀ ਹੋਣੀ ਆਣ ਪਹੁੰਚੇ। ਵਹਿਰ ਗ੍ਰਾਮ ਤੇ ਕੀਨਸ ਡੇਰਾ। ਜ਼ਰੂਰ ਸੰਗਤਾਂ ਨੂੰ ਯਾਦ ਹੋਏਗਾ, ਵੱਲਾ ਅੰਮ੍ਰਿਤਸਰ ਸਾਹਿਬ ਜੋ ਨਗਰ ਹੈ, ਤਕਰੀਬਨ 3.5 ਮੀਲ ਦੀ ਦੂਰੀ ਤੇ ਪਾਵਨ ਸਥਾਨ ਹੈ। ਬਹੁਤ ਸ਼ਾਨਦਾਰ ਉੱਥੇ ਗੁਰਦੁਆਰਾ ਵੀ ਬਣਿਆ ਹੋਇਆ ਹੈ। ਸ਼੍ਰੋਮਣੀ ਕਮੇਟੀ ਨੇ ਮੈਡੀਕਲ ਕਾਲਜ ਵੀ, ਹਸਪਤਾਲ ਵੀ ਉੱਥੇ ਹੁਣ ਖੋਲ੍ਹਿਆ ਹੋਇਆ ਹੈ। ਆਪਣੇ ਦਫ਼ਤਰ ਵੀ ਉੱਥੇ ਬਣਾਏ ਹੋਏ ਨੇ। ਜ਼ਰੂਰੀ ਇਕੱਤਰਤਾਵਾਂ ਵੀ ਉੱਥੇ ਹੁੰਦੀਆਂ ਨੇ। ਤੁਸੀਂ ਜਦੋਂ ਕਿਤੇ ਮੌਕਾ ਬਣੇ ਜ਼ਰੂਰ ਵੱਲਾ ਜਾਇਓ ਜੇ, ਔਰ ਉਸ ਪਾਵਨ ਸਥਾਨ 'ਤੇ ਦਰਸ਼ਨ ਕਰਿਓ ਜੇ, ਜਿਸ ਸਥਾਨ 'ਤੇ ਸਤਿਗੁਰੂ ਤੇਗ ਬਹਾਦਰ ਸਾਹਿਬ ਦੁੱਖ ਨਿਵਾਰਨ ਸਾਹਿਬ ਜੀ ਪਹੁੰਚੇ। ਵਸਤ ਸੰਭਾਰ ਤਰੀ ਤਿਸ ਬੋਇਰਾ। ਹਾਂਜੀ, ਵਸਤ ਸੰਭਾਰ ਤਰੀ ਤਿਸ ਬੇਰਾ। ਸਾਰੀ ਵਸਤੂ ਜਿਹੜੀ ਸੀ ਨਾ, ਮਾਨਯੋਗ ਭਾਈ ਸਾਹਿਬ ਹੋਰਾਂ ਨੇ ਸੰਭਾਲੀ ਹੋਈ ਸੀ। ਸਰਬ ਪਾਂਤ ਤੇ ਕਰ ਤਕਰਾਈ। ਹਰ ਤਰ੍ਹਾਂ ਕਰਕੇ ਮਜ਼ਬੂਤੀ ਦੇ ਨਾਲ, ਸੁਰੱਖਿਆ ਦੇ ਨਾਲ। ਮਦਰ ਦੇਸ਼ ਨਰ ਜਾਨ ਖੁਟਾਈ। ਕਿਉਂ? ਹੁਣ ਇੱਕ ਇਹ ਜਿਹੜੇ ਲਫ਼ਜ਼ ਨੇ ਸਾਨੂੰ ਧਿਆਨ ਕਰਨੇ ਹੋਣਗੇ ਨਾ। ਮਦਰ ਦੇਸ਼ ਮਾਨੁਖ ਜਾਨਤ ਖੁਟਿਆਈ। ਤਕੜਾਈ ਕਿਉਂ ਕਰਨੀ ਪੈ ਰਹੀ ਸੀ? ਆਪਣੇ ਸਮਾਨ ਆਦ ਦੀ ਸਮਝਦੇ ਸਨ ਕਿ ਇਹ ਜਿਹੜੇ ਪੰਜਾਬੀ ਨੇ ਨਾ ਇਸ ਵੇਲੇ, ਇਹ ਦਿਲ ਦੇ ਬੜੇ ਖੋਟੇ ਨੇ। ਵਾਹਿਗੁਰੂ, ਇਹ ਖੋਟੇ ਦਿਲਾਂ ਵਾਲੇ ਨੇ ਜੀ। ਮਿਲਿਓ ਗੁਰੂ ਸੰਗ ਬੰਧਨ ਧਾਰਾ। ਆਪ ਜੀ ਦੇ ਜ਼ਰੂਰ ਧਿਆਨ 'ਚ ਹੋਵੇਗਾ, ਭਾਈ ਸਾਹਿਬ ਮੱਖਣ ਸ਼ਾਹ ਜੀ ਪੰਜਾਬ ਦੇ ਰਹਿਣ ਵਾਲੇ ਨਹੀਂ ਸਨ। ਕਸ਼ਮੀਰ ਦਾ ਉਹ ਹਿੱਸਾ ਜਿਹੜਾ ਇਸ ਵੇਲੇ ਪਾਕਿਸਤਾਨ ਸਾਈਡ ਤੇ ਹੈ, ਗੁਜਰਾਤ, ਔਰ ਜਿਹੜਾ ਇਸ ਵੇਲੇ ਉਧਰ ਦਾ ਮਕਬੂਜ਼ਾ, ਅਸੀਂ ਤਾਂ ਕਸ਼ਮੀਰ ਆਖਦੇ ਹਾਂ, ਉਧਰ ਨੂੰ ਮਕਬੂਜ਼ਾ ਆਖਦੇ ਹਾਂ, ਉਹ ਉਧਰ ਨੂੰ ਆਜ਼ਾਦ ਕਸ਼ਮੀਰ ਆਖਦੇ ਨੇ। ਉੱਥੋਂ ਦੀ ਜੋ ਰਾਜਧਾਨੀ ਹੈ, ਕੈਪੀਟਲ ਸਿਟੀ ਮੁਜ਼ੱਫਰਾਬਾਦ। ਭਾਈ ਸਾਹਿਬ ਹੋਰੀ ਮੁਜ਼ੱਫਰਾਬਾਦ ਦੇ ਇਲਾਕੇ ਦੇ ਰਹਿਣ ਵਾਲੇ ਸਨ, ਨਿਵਾਸੀ ਸਨ। ਮੇਰਾ ਕਹਿਣ ਤੋਂ ਕੀ ਭਾਵ ਹੈ, ਆਪ ਜੀ ਕਸ਼ਮੀਰ ਦੇ ਰਹਿਣ ਵਾਲੇ ਸਨ, ਉਸ ਪਾਸੇ ਟਾਂਡੇ ਦੇ, ਮੋਟਾ ਟਾਂਡਾ ਦੇ। ਤੇ ਐਂ ਮਹਿਸੂਸ ਕਰਦੇ ਸਨ ਕਿ ਇਹ ਲੋਕ ਜਿਹੜੇ ਹਨ ਅਸਲ ਵਿੱਚ ਈਰਖਾਲੂ, ਸਤਿਗੁਰਾਂ ਦੇ ਪ੍ਰਤੀ ਈਰਖਾ ਰੱਖਦੇ ਨੇ। ਇਹਨਾਂ ਦੇ ਕੋਲੋਂ ਆਪਣਾ ਆਪ, ਆਪਣੇ ਸਮਾਨ ਦਾ ਬਚਾਅ ਕਰਕੇ ਰੱਖਣਾ ਇਸ ਵੇਲੇ ਸਾਨੂੰ ਜ਼ਰੂਰੀ ਹੈ। ਸਭ ਪ੍ਰਸੰਗ ਪਾਥਾ ਉਚਾਰਾ। ਸਭ ਪ੍ਰਸੰਗ ਪਾਥਾ ਉਚਾਰਾ। ਫਿਰ ਸਤਿਗੁਰਾਂ ਨੂੰ ਮਿਲ ਕੇ ਨਾ ਸਾਰਾ ਕੁਝ ਭਾਈ ਸਾਹਿਬ ਹੋਰਾਂ ਨੇ ਦੱਸਿਆ। ਲੋਭ ਮਸੰਦਨ ਕੋ ਤਨ ਕੇਰੇ। ਕੀ ਦੱਸਿਆ ਕਿ ਮਸੰਦਾਂ ਦੇ ਅੰਦਰ ਕਿਤਨਾ ਲੋਭ ਪ੍ਰਬਲ ਹੋ ਚੁੱਕਾ ਹੈ ਪਾਤਸ਼ਾਹ। ਬੇਮੁਖ ਪਏ ਕਪਾਰ ਸੋ ਪੇਰੇ। ਬੇਮੁਖ ਹੋ ਗਏ। ਕਿਸ ਤੋਂ ਬੇਮੁਖ ਹੋ ਗਏ? ਆਪ ਜੀ ਤੋਂ ਬੇਮੁਖ ਹੋ ਗਏ। ਆਪ ਜੀ ਤੋਂ ਭਾਵ ਹੈ ਜਿਹੜੇ ਇਸ ਸਥਾਨ ਦੇ ਮਾਲਕ ਸਤਿਗੁਰੂ ਨੇ, ਸਤਿਗੁਰਾਂ ਤੇ ਬੇਮੁਖ ਹੋ ਕੇ
ਇਹਨਾਂ ਨੇ ਦਰਵਾਜ਼ੇ ਬੰਦ ਕਰ ਲਏ। ਅਜ ਹੋਣਾ ਸ਼ਰਦਾ ਜਿਨ ਕੋ ਭਈ, ਅਜੇ ਉਹਨਾਂ ਦੇ ਅੰਦਰ ਆਪ ਜੀ ਪ੍ਰਤੀ ਸ਼ਰਧਾ ਬਣੀ ਨਹੀਂ ਹੈ। ਕੌਣ ਗੁਰੂ ਪਾਰੁਖ ਨਹਿ ਆਈ, ਉਹ ਸਮਝਦੇ ਨੇ ਕਿ ਗੁਰੂ ਕੌਣ ਹੈ। ਸਾਨੂੰ ਤਾਂ ਸੁਣਨ ਵਿੱਚ ਆਇਆ ਕਿਤਨੇ ਸਾਰੇ ਗੁਰੂ ਬਕਾਲੇ ਬਣ ਕੇ ਬੈਠੇ ਹੋਏ ਨੇ। ਇਹ ਕਿਹੜੇ ਗੁਰੂ ਨੇ? ਇਹਨਾਂ ਵਿੱਚੋਂ ਕੌਣ ਅਸਲ ਵਿੱਚ ਗੁਰੂ ਨੇ ਜਿਨ੍ਹਾਂ ਨੂੰ ਨੌਵੇਂ ਪਾਤਸ਼ਾਹ ਜੀ ਕਹਿ ਕੇ ਤੇ ਅਸੀਂ ਸਤਿਕਾਰ ਦੇਈਏ। ਮੈਂ ਤਰ ਜਨ ਕਰ ਸੋ ਜਸ ਉਚਾਰਾ, ਪਾਤਸ਼ਾਹ ਜਿਸ ਵੇਲੇ ਮੈਨੂੰ ਇਸ ਸਾਰੀ ਗੱਲ ਦਾ ਪਤਾ ਲੱਗਾ ਤਾਂ ਮੈਂ ਉਹਨਾਂ ਨੂੰ ਥੋੜਾ ਥੋੜਾ ਝਿੜਕਦਿਆਂ ਹੋਇਆਂ, ਡਾਂਟਦਿਆਂ ਹੋਇਆਂ ਮੈਂ ਉਹਨਾਂ ਨੂੰ ਸਮਝਾਇਆ। ਤਬ ਮਿਲ ਬੋਹਿਤ ਇਤ ਪਗ ਧਾਰਾ, ਤਾਂ ਮੇਰੇ ਸਮਝਾਉਣ ਦੇ ਨਾਲ ਐਉਂ ਧਾਬਾ ਜਿਹਾ ਮਾਰਨ ਦੇ ਨਾਲ ਉਹ ਫਿਰ ਇੱਧਰ ਨੂੰ ਆਏ ਸਨ। ਧਨ ਹਿਤ ਗੁਰੂ ਸਥਾਨ ਸੰਭਾਰੇ, ਗਰੀਬ ਨਵਾਜ਼ ਪਾਤਸ਼ਾਹ ਲੇਕਿਨ ਅਫਸੋਸ ਨਾਲ ਮੈਨੂੰ ਕਹਿਣਾ ਪੈਂਦਾ ਹੈ, ਧਨ ਹਿਤ ਗੁਰੂ ਸਥਾਨ ਸੰਭਾਰੇ। ਇਹਨਾਂ ਬੰਦਿਆਂ ਦੇ ਅੰਦਰ ਸ਼ਰਧਾ ਕੋਈ ਨਹੀਂ ਹੈ, ਭਾਵਨਾ ਕੋਈ ਨਹੀਂ ਹੈ ਕਿਸੇ ਪ੍ਰਕਾਰ ਦੀ, ਸਿਰਫ ਧਨ ਦਾ ਲਾਲਚ ਹੈ। ਲੋਭ ਹਿਰਦੇ ਢਹਿਕਾਏ ਉਦਾਰੇ, ਔਰ ਜਿਨ੍ਹਾਂ ਦੇ ਅੰਦਰ ਬਹੁਤ ਸਾਰਾ ਲੋਭ ਹੈ ਟਿਕਿਆ ਹੋਇਆ। ਜੇ ਕਰ ਇਨਹੋ ਸਜਾਏ ਨਾ ਬਨੇ, ਗਰੀਬ ਨਵਾਜ਼ ਇੱਕ ਮੇਰੀ ਰਾਏ ਹੈ, ਆਪ ਜੀ ਨੂੰ ਚਰਨਾਂ ਵਿੱਚ ਬੇਨਤੀ ਹੈ, ਜੇਕਰ ਇਹਨਾਂ ਨੂੰ ਸਜ਼ਾ ਨਾ ਦਿੱਤੀ ਜਾਵੇ ਕਰ ਹੰਕਾਰ ਅਫਰ ਹੈ ਘਨੇ, ਤਾਂ ਇਹ ਹੋਰ ਹੰਕਾਰ ਕਰਕੇ ਹੋਰ ਆਫਰਨਗੇ। ਭਾਵ ਕੀ ਹੈ? ਆਉਣ ਵਾਲੇ ਸਮੇਂ ਦੇ ਵਿੱਚ ਪ੍ਰਚਾਰ ਦੇ ਰਾਹ ਵਿੱਚ ਇਹ ਵੱਡੀਆਂ ਰੁਕਾਵਟਾਂ ਬਣ ਸਕਦੇ ਹਨ। ਤੁਮ ਤੇ ਸ਼ਕਤ ਮੈਂ ਅਬ ਰਹਿਓ, ਤੁਮ ਤੇ ਸ਼ੰਕਤ ਅਬ ਮੈਂ ਰਹਿਓ। ਮੈਂ ਆਪ ਜੀ ਤੋਂ ਨਾ ਥੋੜਾ ਜਿਹਾ ਸੰਕੋਚ ਕਰਦਾ ਸਾਂ, ਆਪ ਜੀ ਤੋਂ ਭਾਵ ਆਪ ਜੀ ਦੀ ਮਰਜ਼ੀ ਤੋਂ ਮੈਂ ਸੰਕੋਚ ਕਰਦਾ ਸਾਂ। ਤਰਾਸ ਦੇਨ ਕੋ ਨਹਿ ਕੁਛ ਕਹਿਓ, ਮੈਂ ਬਹੁਤਾ ਉਹਨਾਂ ਨੂੰ ਡਰਾਉਣਾ ਨਹੀਂ ਚਾਹੁੰਦਾ ਸਾਂ, ਮੈਂ ਆਪ ਤੁਹਾਡੇ ਤੋਂ ਡਰਦਾ ਸਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਤਾ ਨਹੀਂ ਕੈਸੀ ਇੱਛਾ ਹੋਵੇਗੀ ਜੀ। ਸੁਨ ਸ੍ਰੀ ਤੇਗ ਬਹਾਦਰ ਸੁਆਮੀ, ਆਪ ਸਾਰੀਆਂ ਸੰਗਤਾਂ ਨੂੰ ਜ਼ਰੂਰ ਯਾਦ ਹੋਵੇਗਾ, ਤੁਸਾਂ ਨੇ ਖੂਬ ਪ੍ਰਸੰਗ ਸਰਵਣ ਕੀਤਾ ਹੋਵੇਗਾ। ਜਿਸ ਵੇਲੇ ਧੀਰਮਲ ਦਾ ਭੇਜਿਆ ਹੋਇਆ ਮਸੰਦ ਛੀਆਂ ਆਉਂਦਾ ਹੈ ਤੇ ਆ ਕੇ ਗੋਲੀ ਚਲਾਉਂਦਾ ਹੈ, ਸਮਾਨ ਇਕੱਠਾ ਕਰਕੇ ਲੈ ਜਾਂਦਾ ਹੈ। ਭਾਈ ਮੱਖਣ ਸ਼ਾਹ ਸਮਾਨ ਵੀ ਲੈ ਆਉਂਦੇ ਨੇ ਸਮੇਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਹ ਪਾਵਨ ਬੀੜ ਜਿਹਨੂੰ ਕਰਤਾਰਪੁਰੀ ਬੀੜ ਆਖਿਆ ਜਾਂਦਾ, ਉਹ ਵੀ ਲੈ ਆਉਂਦੇ ਨੇ ਤੇ ਮੁਸ਼ਕਾਂ ਬੰਨ੍ਹ ਕੇ ਸ਼ੀਆਂ ਦੀਆਂ ਸਤਿਗੁਰਾਂ ਦੇ ਚਰਨਾਂ ਵਿੱਚ ਸੁੱਟਦੇ ਨੇ। ਜਿਸ ਵੇਲੇ ਸ਼ੀਆਂ ਹੱਥ ਜੋੜ ਕੇ ਸਤਿਗੁਰਾਂ ਪਾਸ ਬੇਨਤੀ ਕਰਦਾ ਹੈ ਤੇ ਫਿਰ ਸਤਿਗੁਰੂ ਮਹਾਰਾਜ ਉਸ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਖਿੜੇ ਮੱਥੇ ਉਹਨੂੰ ਛਿਮਾ ਕਰ ਦਿੰਦੇ ਨੇ। ਮੱਖਣ ਸ਼ਾਹ ਨਹੀਂ ਚਾਹੁੰਦੇ, ਉਹ ਨਹੀਂ ਚਾਹੁੰਦੇ, ਉਹ ਇਸ ਗੱਲ ਤੇ ਚਾਹੁੰਦੇ ਸਨ ਕਿ ਇਸ ਨੇ ਦਰਬਾਰ ਵਿੱਚ ਆ ਕੇ ਸੰਗਤ ਵਿੱਚ ਆ ਕੇ ਗੋਲੀ ਮਾਰੀ ਹੈ, ਹੋਰ ਕਿਸੇ ਨੂੰ ਵੀ ਨਹੀਂ, ਗੁਰੂ ਸਾਹਿਬ ਨੂੰ ਗੋਲੀ ਮਾਰੀ ਹੈ। ਇਹੋ ਜਿਹਾ ਗੁਨਾਹ ਹੈ ਜਿਹੜਾ ਛਿਮਾ ਨਹੀਂ ਕਰਨਾ ਚਾਹੀਦਾ। ਉਹ ਸੂਰਮਤਾਈ ਢੰਗ ਦੇ ਨਾਲ ਗੱਲ ਨੂੰ ਵਿਚਾਰਦੇ ਸਨ ਕਿ ਦੰਡ ਦੀਏ ਬਿਨ ਨਾ ਦੁਸ਼ਟ ਦੱਬਿਆ ਹੈ। ਲੇਕਿਨ ਸਤਿਗੁਰੂ ਮਹਾਰਾਜ ਨੇ ਜਿਵੇਂ ਆਖਿਆ, ਭਾਈ ਸੰਤੋਖ ਸਿੰਘ ਹੋਰਾਂ ਨੇ ਬੜੇ ਸੁੰਦਰ ਜਿਹੇ ਲਫ਼ਜ਼ਾਂ ਦੇ ਨਾਲ ਬਿਆਨ ਕੀਤਾ, ਕਰਨੀ ਛਿਮਾ ਮਹਾ ਤਪ ਜਾਨ, ਛਿਮਾ ਕਰਤ ਹੀ ਦੈਬੋ ਦਾਨ, ਛਿਮਾ ਸਕਲ ਤੀਰਥ ਇਸ਼ਨਾਨ, ਛਿਮਾ ਕਰਤ ਨਰਕੀ ਕਲਿਆਣ। ਮੱਖਣ ਸ਼ਾਹ ਤਾਂ ਤੇ ਛਿਮਾ ਧਰੋ ਮਨ ਮਾਹੀ। ਦੇਖੋ, ਜੇ ਕੋਈ ਭੁੱਲ ਕਰਦਾ ਏ ਤੇ ਭੁੱਲਣ ਵਾਲੇ ਨੂੰ ਦੰਡ ਦੇਣਾ, ਸਾਰਾ ਸਮਾਜ ਹੀ ਇਹ ਨੇਮ ਲੈ ਕੇ ਚੱਲਦਾ ਹੈ, ਸਾਰਾ ਸਮਾਜ ਹੀ ਕਾਨੂੰਨ ਬਣਾਏ ਹੋਏ ਨੇ। ਲੇਕਿਨ ਭੁੱਲਣ ਵਾਲਿਆਂ ਨੂੰ ਜੇ ਕੋਈ ਛਿਮਾ ਕਰਦਾ ਹੈ ਤੇ ਉਹ ਕੇਵਲ ਕਰਤਾਰ ਹੈ, ਵਾਹਿਗੁਰੂ ਹੈ, ਔਰ ਗੁਰੂ ਕਾ ਕਾਰ ਹੈ। ਬੜੇ ਪਿਆਰ ਨਾਲ ਸਮਝਾਇਆ। ਦੇਖੋ, ਤੁਸੀਂ ਧਿਆਨ ਕਰੋ, ਮੱਖਣ ਸ਼ਾਹ ਉਹ ਸਾਨੂੰ ਬੁਰਾ ਬੋਲ ਕੇ ਗਏ ਸਨ, ਤੁਸੀਂ ਉਹਨਾਂ ਨੂੰ ਬੁਰਾ ਬੋਲ ਆਏ। ਉਹਨਾਂ ਨੇ ਸਾਨੂੰ ਗੋਲੀ ਮਾਰੀ, ਤੁਸੀਂ ਚਾਹੁੰਦੇ ਹੁਣ ਇਹਨਾਂ ਨੂੰ ਗੋਲੀ ਮਾਰ ਦਿੱਤੀ ਜਾਵੇ। ਸਾਡਾ ਇੱਥੋਂ ਲੁੱਟ ਕੇ ਲੈ ਗਏ, ਤੁਸੀਂ ਉਹਨਾਂ ਦਾ ਸਾਰਾ ਕੁਝ ਇਕੱਠਾ ਕਰਕੇ ਲੈ ਆਏ ਹੋ।
ਤਾਂ ਤੁਸੀਂ ਇਹ ਗੱਲ ਧਿਆਨ ਕਰੋ, ਜੇ ਉਹਨਾਂ ਨੇ ਸਾਨੂੰ ਗੋਲੀ ਮਾਰੀ, ਅੱਜ ਅਸੀਂ ਉਹਨਾਂ ਨੂੰ ਗੋਲੀ ਮਰਵਾ ਦਈਏ, ਤਾਂ ਫਿਰ ਧੀਰ ਮੱਲੀਆਂ ਤੇ ਗੁਰੂ ਕਿਆਂ ਦੇ ਵਿੱਚ ਫਰਕ ਕੀ ਰਿਹਾ? ਕੀ ਫਰਕ ਰਿਹਾ ਫਿਰ? ਛੱਡ ਦਿੱਤਾ ਸੀ, ਛਿਮਾ ਕਰ ਦਿੱਤਾ, ਕਿਉਂਕਿ ਗੁਰੂ ਸਾਹਿਬ ਨੇ ਛਿਮਾ ਕਰ ਦਿੱਤਾ। ਭਾਈ ਮੱਖਣ ਸ਼ਾਹ ਜੀ ਸ਼ਾਇਦ ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਇਹ ਬਚਨ ਕਹਿ ਰਹੇ ਨੇ। ਅੱਜ ਮੈਂ ਇਹਨਾਂ ਮਸੰਦਾਂ ਦੇ ਨਾਲ ਨਾ ਇਹਨਾਂ ਨੂੰ ਚੰਗਾ ਮੈਂ ਦਬਾ ਸਕਦਾ ਸਾਂ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿੱਧੇ ਹੋ ਕੇ ਚੱਲਣ, ਲੇਕਿਨ ਸ਼ੰਕਤ ਮੈਂ ਤੁਮ ਦਿਸ਼ ਤੇ ਰਹੇ ਹੋ। ਮੈਂ ਤੁਹਾਡੇ ਤੋਂ ਡਰਦਾ ਰਿਹਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਤਾ ਨਹੀਂ ਕੀ ਰਜ਼ਾ ਹੋਵੇ, ਇਸ ਲਈ ਮੈਂ ਉਹਨਾਂ ਨੂੰ ਬਹੁਤਾ ਦਬਾਇਆ ਨਾ। ਬੋਲੇ ਜਾਨ ਮਸੰਦਨ ਖਾਮੀ, ਬੋਲੇ ਜਾਨ ਮਸੰਦਨ ਖਾਮੀ। ਉਹ ਇਸ ਪ੍ਰਕਾਰ ਦੇ ਬਚਨ ਉਹਨਾਂ ਨੇ ਜਿਸ ਵੇਲੇ ਆਖੇ ਨਾ, ਇਨਹੋ ਸਜਾਏ ਦੇਨ ਕੋ ਭਾਰੀ। ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ, ਇਨਹੋ ਸਜਾਏ ਦੇਨ ਕੋ ਭਾਰੀ। ਹਾਂਜੀ, ਉਪਜਿ ਗੋ ਇੱਕ ਪੁਰਖ ਅਗਾਰੀ। ਫਿਕਰ ਨਾ ਕਰੋ, ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੇ ਪੁਰਖ ਹੋਣਗੇ ਜਿਹੜੇ ਇਹਨਾਂ ਵਿਗੜਿਆਂ ਹੋਇਆਂ ਨੂੰ ਸਜ਼ਾਵਾਂ ਦੇਣਗੇ। ਕਰਹਿ ਤਾੜਨਾ ਪ੍ਰਾਨਨ ਹਨ ਹੈ। ਉਹ ਫਿਰ ਐਵੇਂ ਥੋੜੀ ਬਹੁਤੀ ਤਾੜਨਾ ਨਹੀਂ ਕਰਨਗੇ, ਇਹਨਾਂ ਦੀ ਜਾਨ ਵੀ ਲੈਣਗੇ, ਉਹ ਐਸਾ ਵੀ ਕਰਨਗੇ ਜੀ। ਜਰਾ ਉਖਾਰ ਹੈ ਕੋ ਇੱਕ ਮਨ ਹੈ। ਔਰ ਬਹੁਤਿਆਂ ਦੀਆਂ ਜੜ੍ਹਾਂ ਪੁੱਟ ਦੇਣਗੇ, ਬਹੁਤਿਆਂ ਮਸੰਦਾਂ ਦੀਆਂ। ਕੋਈ ਇੱਕ ਮਨ ਹੈ, ਕੋਈ ਵਿਰਲੇ ਹੋਣਗੇ ਭਾਈ ਸੰਗਤ ਵਰਗੇ, ਭਾਈ ਫੇਰੂ ਵਰਗੇ, ਜਾਂ ਹੋਰ ਗੁਰੂ ਕੇ ਲਾਲ ਵਿਰਲੇ ਰਹਿ ਜਾਣਗੇ ਪ੍ਰਚਾਰਕ ਮਸੰਦ, ਬਾਕੀ ਸਾਰਿਆਂ ਦੇ ਜੜ੍ਹਾਂ ਪੱਟ ਦੇਣਗੇ। ਕਿਹਨਾਂ ਤੋਂ ਭਾਵ ਸੀ? ਮਹਾਰਾਜ ਧੰਨ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਤੋਂ ਭਾਵ ਸੀ, ਜਿਨ੍ਹਾਂ ਦੇ ਬਾਬਤ ਅਸੀਂ ਇਤਿਹਾਸਕ ਤੌਰ ਤੇ ਜਾਣਦੇ ਹਾਂ। ਕਰਿਓ ਕ੍ਰਿਤ ਕੋ ਤਬ ਫਲ ਪਾਵੈ। ਦੇਖੋ, ਜਿਨ੍ਹਾਂ ਨੇ ਇਹ ਮਾੜੇ ਕਰਮ ਕੀਤੇ ਨੇ ਤੇ ਕਰਦੇ ਨੇ, ਸਾਰੀ ਦੁਨੀਆ ਹੀ ਫਲ ਪਾਉਂਦੀ ਹੈ। ਤੇ ਮੱਖਣ ਸ਼ਾਹ ਕੀ ਸੋਚਦੇ ਹੋ? ਧਰਮ ਸਥਾਨਾਂ ਦੇ ਅੰਦਰ ਲੁੱਟ ਮਚਾਉਣ ਵਾਲੇ, ਧਰਮ ਦੇ ਧਨ ਨੂੰ ਆਪਣੀ ਅਯਾਸ਼ੀ ਲਈ ਵਰਤਣ ਵਾਲੇ ਬਚੇ ਰਹਿਣਗੇ? ਐਸਾ ਨਹੀਂ ਹੋ ਸਕਦਾ ਹੁੰਦਾ ਜੀ। ਗੁਰ ਸਿੱਖ ਆਪਣੇ ਮੁਖ ਨਹਿ ਲਾਵੈ। ਗੁਰੂ ਕੇ ਸਿੱਖ ਇਹਨਾਂ ਮਸੰਦਾਂ ਨੂੰ ਮੂੰਹ ਨਹੀਂ ਲਾਉਣਗੇ, ਐਸੇ ਦਿਨ ਆ ਜਾਣਗੇ ਇਹਨਾਂ ਲਈ। ਇਮ ਕਹੈ ਸਤਿਗੁਰ ਸੁਖ ਪਤ ਧਾਰੀ। ਇਉਂ ਨਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ, ਇਹਨੇ ਬਚਨ ਕਰਕੇ ਨਾ ਖਾਮੋਸ਼ ਹੋ ਗਏ। ਮੱਖਣ ਗਾ ਨਿਜ ਸਿਵਰ ਮਝਾਰੀ। ਔਰ ਭਾਈ ਮੱਖਣ ਸ਼ਾਹ ਹੋਣੀ ਕੁਝ ਸਮਾਂ ਬੈਠ ਕੇ ਤੇ ਆਪਣੇ ਡੇਰੇ ਚਲੇ ਗਏ। ਜਿਹੜੀਆਂ ਸੰਗਤਾਂ ਤੁਸੀਂ ਬਾਅਦ ਵਿੱਚ ਗੁਰੂ ਦਰਬਾਰ ਵਿੱਚ ਆਈਆਂ ਹੋ, ਲੇਟ ਸ਼ਾਮਲ ਹੋਈਆਂ ਹੋ, ਤੁਹਾਡੇ ਸਭਨਾਂ ਦੀ ਜਾਣਕਾਰੀ ਲਈ ਮੈਂ ਬੇਨਤੀ ਕਰਦਾ, ਸਤਿਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਪਹਿਲੀ ਵਾਰ ਅੰਮ੍ਰਿਤਸਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਜਿਸ ਵੇਲੇ ਨਮਸਕਾਰ ਕਰਨ ਵਾਸਤੇ ਆਏ ਤੇ ਮਸੰਦਾਂ ਨੇ ਠੀਕ ਵਿਹਾਰ ਨਾ ਕੀਤਾ। ਸਤਿਗੁਰੂ ਉੱਥੋਂ ਚੱਲ ਕੇ ਫਿਰ ਵੱਲਾ ਆ ਗਏ। ਬਾਅਦ ਵਿੱਚ ਭਾਈ ਮੱਖਣ ਸ਼ਾਹ ਹੋਰਾਂ ਨੂੰ ਜਿਸ ਵੇਲੇ ਪਤਾ ਲੱਗਾ ਤਾਂ ਉਹ ਵੀ ਇਸ਼ਨਾਨ ਵਗੈਰਾ ਕੀਤਾ ਤੇ ਉਹਨਾਂ ਨੇ ਮਸੰਦਾਂ ਨੂੰ ਤਾੜਿਆ ਤੇ ਸਮਝਾਇਆ। ਔਰ ਬਾਅਦ ਵਿੱਚ ਭਾਈ ਸਾਹਿਬ ਹੋਰੀ ਇੱਥੇ ਜਿਸ ਆ ਕੇ ਤੇ ਫਿਰ ਦੱਸਦੇ ਨੇ ਕਿ ਇਸ ਪ੍ਰਕਾਰ ਦੇ ਅਸਾਂ ਵਚਨ ਕੀਤੇ ਤੇ ਐਸਾ ਕੁਝ ਅਸਾਂ ਨੇ ਮਸੰਦਾਂ ਦੇ ਬਾਬਤ ਮਹਿਸੂਸ ਕੀਤਾ। ਫਿਰ ਸਤਿਗੁਰਾਂ ਨੇ ਇਹ ਵਚਨ ਕੀਤੇ, ਭਾਈ ਸਾਹਿਬ ਫਿਕਰ ਨਾ ਕਰੋ, ਉਹ ਦਿਨ ਆਉਣਗੇ ਜਦੋਂ ਇਹਨਾਂ ਲਾਲਚੀਆਂ ਦੀਆਂ ਜੜ੍ਹਾਂ ਪੱਟੀਆਂ ਜਾਣਗੀਆਂ। ਸੁਪਤ ਭਏ ਸੁਖ ਨਿਸਾ ਬਿਤਾਈ। ਭਾਈ ਸਾਹਿਬ ਹੋਰੀ ਆਪਣੀ ਥਾਂ ਤੇ ਆ ਗਏ, ਆਪਣੇ ਡੇਰੇ ਆ ਗਏ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਵੀ ਸ਼ਾਮ ਨੂੰ ਰਾਤ ਨੂੰ ਆਰਾਮ ਕੀਤਾ। ਜਾਗੇ ਬਹੁਰ ਪ੍ਰਾਤ ਹੋਏ ਆਈ। ਪ੍ਰਭਾਤੇ ਅੰਮ੍ਰਿਤ ਵੇਲੇ ਜਾਗੇ। ਭਏ ਤਿਆਰ ਮਗ ਕਰਨ ਪਿਆਨਾ। ਔਰ ਤਿਆਰ ਹੋਏ, ਤਿਆਰੀ ਕੀਤੀ, ਮਗ ਕਰਨ ਪਿਆਨਾ, ਮੰਜ਼ਲ ਅਗਲੀ ਵੱਲ ਜਾਣ ਵਾਸਤੇ। ਸੁੰਦਰ ਜੀਨ ਪਵਾਏ ਕੇ ਕਾਨਾ। ਆਪਣੇ ਘੋੜਿਆਂ ਤੇ ਸੁੰਦਰ ਕਾਠੀਆਂ ਪਵਾਈਆਂ।
ਭਏ ਅਰੂਡਨ ਮਾਰਗ ਚਾਲੇ। ਘੋੜੇ ਤੇ ਸਵਾਰ ਹੋਏ ਤੇ ਤੁਰ ਪਏ, ਰਵਾਨਾ ਹੋਏ। ਪਹੁੰਚ ਆਏ ਸੋ ਬੀਚ ਬਕਾਲੇ। ਕਿੱਥੇ ਆਏ? ਸਤਿਗੁਰੂ ਸੱਚੇ ਪਾਤਸ਼ਾਹ ਬਕਾਲਾ ਸਾਹਿਬ। ਅੱਜ ਅਸੀਂ ਸਤਿਕਾਰ ਨਾਲ ਉਸ ਸਥਾਨ ਨੂੰ ਆਖਦੇ ਹਾਂ ਗੁਰਦੁਆਰਾ ਸਥਾਨ ਬਾਬਾ ਬਕਾਲਾ ਸਾਹਿਬ। ਉੱਥੇ ਆ ਗਏ। ਡੇਰਾ ਕਰਤ ਭਏ ਨਿਜ ਧਾਮ। ਆਪਣੇ ਘਰ ਜਿੱਥੇ ਠਹਿਰ ਰਹੇ ਸਨ ਕਈ ਸਾਲਾਂ ਤੋਂ ਲੈ ਕੇ ਉੱਥੇ ਪਹੁੰਚੇ। ਮਿਲੇ ਮਾਤ ਕੋ ਕੀਨ ਪ੍ਰਣਾਮ। ਸਤਿਕਾਰਯੋਗ ਮਾਤਾ ਨਾਨਕੀ ਜੀ ਹੋਰਾਂ ਨੂੰ ਆ ਕੇ ਸੀਸ ਨਿਵਾਇਆ। ਸਤਿਕਾਰਯੋਗ ਜੀ ਨੇ ਆਪਣੇ ਸੀਨੇ ਨਾਲ ਲਾ ਕੇ ਪਿਆਰ ਦਿੱਤਾ। ਅਨੇਕ ਬਿਗਨ ਤੇ ਸੁਤ ਬਚ ਗਇਓ। ਮਾਤਾ ਜੀ ਨੇ ਬਹੁਤ ਭਲਾ ਮਨਾਇਆ ਕਿ ਪੁੱਤਰ ਅਨੇਕਾਂ ਮੁਸ਼ਕਲਾਂ ਤੋਂ ਬਚ ਕੇ ਇੱਥੇ ਆ ਗਏ ਨੇ, ਭਲਾ ਹੋਇਆ। ਜਾਂ ਤੇ ਅਧਿਕ ਨੇਹੋ ਉਚ ਭਇਓ। ਅੰਦਰ ਬੜਾ ਪਿਆਰ ਜਾਗਿਆ ਜਦੋਂ ਇਸ ਗੱਲ ਨੂੰ ਵੀ ਜਾਣਿਆ ਕਿ ਭਾਵੇਂ ਭਾਈ ਮੱਖਣ ਸ਼ਾਹ ਹੋਰਾਂ ਦੇ ਆਖਿਆਂ ਅੰਮ੍ਰਿਤਸਰ ਗਏ ਨੇ, ਮਸੰਦਾਂ ਨੇ ਠੀਕ ਵਿਹਾਰ ਨਹੀਂ ਕੀਤਾ। ਇਸ ਗੱਲ ਤੇ ਤਾਂ ਉਹਨਾਂ ਨੂੰ ਦੁੱਖ ਲੱਗਾ, ਪਰ ਕਿਸੇ ਪ੍ਰਕਾਰ ਦੀ ਸਰੀਰ ਨੂੰ ਆਂਚ ਨਹੀਂ ਆਈ, ਕਿਉਂਕਿ ਉਹਨਾਂ ਦੇ ਅੱਖਾਂ ਦੇ ਸਾਹਮਣੇ ਸ਼ੀਂਹੇ ਵਰਗੇ ਮਸੰਦ ਸਨ ਜਿਨ੍ਹਾਂ ਨੇ ਸੰਗਤ ਦੇ ਵਿੱਚ ਉਹਨਾਂ ਦੀ ਮੌਜੂਦਗੀ ਦੇ ਵਿੱਚ ਗੋਲੀ ਚਲਾਈ ਸੀ। ਇਹ ਵੀ ਤਾਂ ਸਾਰੇ ਉਹਨਾਂ ਦੇ ਸੰਗੀ ਸਾਥੀ ਨੇ। ਭਲਾ ਹੋਇਆ, ਕਰਤਾਰ ਦਾ ਸ਼ੁਕਰ ਹੈ ਕਿ ਮੇਰਾ ਪੁੱਤਰ ਜਿਹੜਾ ਹੈ ਭਾਵ ਧੰਨ ਗੁਰੂ ਤੇਗ ਬਹਾਦਰ ਸਾਹਿਬ ਠੀਕ ਠਾਕ ਵਾਪਸ ਆ ਗਏ ਨੇ। ਮਿਲ ਕਰ ਮੁਖ ਸਿਰ ਪਰ ਕਰ ਫੇਰਾ। ਅਰ ਸਿਰ ਤੇ ਹੱਥ ਫੇਰਿਆ, ਪਿਆਰ ਦਿੱਤਾ। ਬਾਰ ਬਾਰ ਧਰ ਮੋਦ ਕਨੇਰਾ। ਬੜਾ ਚਾਹ ਕਰਦਿਆਂ ਹੋਇਆਂ ਤੈਸੇ ਮੱਖਣ ਉਤਰਿਓ ਆਨ। ਔਰ ਇਸੇ ਤਰ੍ਹਾਂ ਭਾਈ ਸਾਹਿਬ ਮੱਖਣ ਸ਼ਾਹ ਜੀ ਹੋਣੀ ਜਿਹੜੇ ਨੇ ਉਹ ਵੀ ਤਿਆਰ ਹੋ ਕੇ ਤੇ ਬਕਾਲੇ ਪਹੁੰਚ ਗਏ। ਡੇਰਾ ਕਰਤ ਭਇਓ ਨਿਜ ਥਾਨ। ਔਰ ਆਪਣੀ ਥਾਂ ਤੇ ਉਹਨਾਂ ਨੇ ਟਿਕਾਣਾ ਕੀਤਾ। ਖਾਨ ਪਾਨ ਕਰ ਕੈ ਸਭ ਭਾਂਤੀ। ਔਰ ਅੱਜ ਫਿਰ ਸ਼ਾਮ ਜਿਸ ਵੇਲੇ ਪਈ, ਲੰਗਰ ਛਕਿਆ, ਸਾਰਿਆਂ ਨੇ ਪ੍ਰਸ਼ਾਦਾ ਛਕਿਆ ਥਾਂ ਥਾਈ। ਸੁਪਤੇ ਤਿਮਰ ਪਰਵਿਰਤੇ ਰਾਤੀ। ਔਰ ਸਾਰਿਆਂ ਨੇ ਆਰਾਮ ਕੀਤਾ। ਜਾਮ ਜਾਮਨੀ ਜਾਗਰਨ ਕਰੇ। ਜਿਸ ਵੇਲੇ ਪਹਿਰ ਰਾਤ ਰਹਿੰਦੀ ਸੀ ਤੇ ਸਾਰੇ ਸਾਵਧਾਨ ਹੋਏ, ਸੁਚੇਤ ਹੋਏ। ਇਹ ਗੱਲ ਅਸੀਂ ਅਕਸਰ ਹੀ ਸੁਣਦੇ ਹਾਂ, ਅਕਸਰ ਹੀ ਪੜ੍ਹਦੇ ਹਾਂ ਕਿ ਸਤਿਗੁਰੂ ਮਹਾਰਾਜ ਪਹਿਰ ਰਾਤ ਰਹਿੰਦੀ ਜਾਗ ਕੇ ਇਸ਼ਨਾਨ ਪਾਨ ਕਰਿਆ ਕਰਦੇ ਸਨ। ਕੇਵਲ ਗੁਰੂ ਸਾਹਿਬ ਹੀ ਨਹੀਂ ਹੈ, ਪਹਿਰ ਰਾਤ ਰਹਿੰਦੀ ਜਾਗਿਆ ਕਰਦੇ ਸਨ। ਸਾਰੇ ਗੁਰੂ ਕੇ ਕਹਾਉਣ ਵਾਲੇ ਪਹਿਰ ਰਾਤ ਰਹਿੰਦੀ ਜਾਗਿਆ ਕਰਦੇ ਸਨ, ਇਸ਼ਨਾਨ ਕਰਿਆ ਕਰਦੇ ਸਨ। ਔਰ ਅੱਜ ਵੀ ਸਾਡੇ ਸਭਨਾਂ ਦੇ ਵਾਸਤੇ ਇਹੀ ਆਗਿਆ ਹੈ। ਇਤਿਹਾਸ ਪੜ੍ਹਨ ਦਾ ਮਤਲਬ ਮਕਸਦ ਕੇਵਲ ਕੰਨ ਰਸ ਨਹੀਂ ਹੁੰਦਾ, ਕੇਵਲ ਬੀਤੇ ਦੀਆਂ ਗੱਲਾਂ ਕਰ ਲੈਣੀਆਂ, ਸੁਣ ਲੈਣੀਆਂ ਹੀ ਨਹੀਂ ਹੁੰਦੀਆਂ। ਅਸੀਂ ਇਤਿਹਾਸ ਪੜ੍ਹਦੇ ਹਾਂ ਤਾਂ ਕਿ ਸਾਡਾ ਵਰਤਮਾਨ ਸੋਹਣਾ ਹੋ ਜਾਏ, ਸਾਡਾ ਭਵਿੱਖ ਵੀ ਸੋਹਣਾ ਹੋ ਜਾਏ। ਸਾਡੇ ਬਜ਼ੁਰਗ ਕਿਵੇਂ ਕਰਿਆ ਕਰਦੇ ਸਨ, ਕਿਵੇਂ ਚੱਲਿਆ ਕਰਦੇ ਸਨ, ਇਸ ਦਾ ਸਾਨੂੰ ਪਤਾ ਹੋਵੇ ਤਾਂ ਕਿ ਅਸੀਂ ਵੀ ਕਰੀਏ ਜੀ। ਬਿਦ ਤੇ ਸੋਚ ਸੋ ਮੱਜਨ ਕਰੇ। ਪਹਿਲਾਂ ਪਹਿਰ ਰਾਤ ਰਹਿੰਦੀ ਜਾਗ ਕੇ ਸਾਰਿਆਂ ਨੇ ਸ਼ੌਚ ਵਗੈਰਾ ਕੀਤੇ, ਜਿਹਨੂੰ ਅਸੀਂ ਕਹਿੰਦੇ ਜੰਗਲ ਪਾਣੀ ਗਏ ਤੇ ਫਿਰ ਇਸ਼ਨਾਨ ਕੀਤਾ ਆ ਕੇ। ਬਿਦਤੀ ਬਾਤ ਜਹਾਂ ਕਹਿ ਦੇਸ਼। ਹੁਣ ਮਾਣਯੋਗ ਜੀ ਲਿਖਦੇ ਨੇ ਬਿਦਤੀ ਬਾਤ ਜਹਾਂ ਕਹਾ ਦੇਸ਼। ਦੂਰ ਦੁਰਾਡੇ ਇਹ ਖਬਰ ਸਾਰੇ ਹੌਲੀ ਹੌਲੀ ਕਰਕੇ ਪਸਰ ਗਈ। ਬਿਦਤ ਭਏ ਸਤਿਗੁਰੂ ਵਿਸ਼ੇਸ਼। ਕਿਹੜੀ ਗੱਲ ਵਿਸਰ ਗਈ ਸੀ? ਬਿਦਤ ਹੋ ਗਈ ਸੀ। ਇਹ ਬਿਦਤ ਹੋਈ, ਸਾਰਿਆਂ ਦੇ ਵਿਦਤ ਹੋ ਜਾਣਾ ਹੁੰਦਾ ਹੈ, ਜਾਣਕਾਰੀ ਵਿੱਚ ਆ ਜਾਣਾ ਕਿ ਸਤਿਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਇਸ ਵੇਲੇ ਨੌਵੇਂ ਪਾਤਸ਼ਾਹ ਸਥਾਪਿਤ ਹੋਏ ਨੇ ਜੀ। ਮੰਜੀ ਅਪਰ ਸੋਢੀਆਂ ਲਾਈ। ਬਾਕੀ ਜਿਹੜੇ ਹੋਰ ਸੋਢੀ ਸਨ ਮੰਜੀ ਲਾ ਕੇ ਬੈਠੇ ਸਨ ਆਪਣੀ ਆਪਣੀ। ਲੱਜਿਤ ਹੋਤ ਗਏ ਨਿਜ ਥਾਈ। ਉਹ ਸ਼ਰਮਿੰਦਿਆਂ ਹੁੰਦਿਆਂ ਹੌਲੀ 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 ਹੌਲੀ
ਚਲੇ ਗਏ, ਵਿਦਾ ਹੋ ਗਏ। ਸ੍ਰੀ ਗੁਰੂ ਹਰਗੋਬਿੰਦ ਕੋ ਨੰਦ। ਸੰਗਤਾਂ ਨੂੰ ਪਤਾ ਲੱਗਾ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਲ ਪੰਜਨ ਗੁਰ ਸੂਰਮਾ ਦੇ ਸਪੁੱਤਰ ਗੁਰਤਾ ਗਾਦੀ ਥਿਰੇ ਬਿਲੰਦ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਨੇ ਇਹ ਗੁਰਿਆਈ ਨੂੰ ਪ੍ਰਾਪਤ ਹੋਏ ਨੇ। ਇਹਨਾਂ ਨੂੰ 8ਵੇਂ ਪਾਤਸ਼ਾਹ ਨੇ ਗੁਰਿਆਈ ਸੌਂਪੀ ਸੀ ਤੇ ਇਹ ਸਤਿਗੁਰੂ ਪ੍ਰਗਟ ਹੋਏ ਨੇ। ਕਹਿ ਪਰਸਪਰ ਸਿੱਖਪੁਰ ਗ੍ਰਾਮ। ਸਿੱਖ ਜਿਹੜੇ ਨੇ ਸਾਰੇ ਬਕਾਲਾ ਨਿਵਾਸੀ ਇਹ ਇਸ ਪ੍ਰਕਾਰ ਦੀਆਂ ਗੱਲਾਂ ਕਰਦੇ ਨੇ, ਇੱਕ ਦੂਜੇ ਨਾਲ ਖਬਰਾਂ ਸਾਂਝੀਆਂ ਕਰਦੇ ਨੇ। ਸਭ ਵਿਦ ਸੋ ਜਸ ਸੁਨਹਿ ਅਬਿਰਾਮ। ਸਾਰੇ ਐਸਾ ਸੁੰਦਰ ਸੁਜਸ ਸੁੰਦਰ ਵਡਿਆਈ ਕਰਦੇ ਨੇ। ਨਿਕਟ ਕੇ ਦੂਰ ਦਰਸ ਕੋ ਹੇਤ। ਭਾਵੇਂ ਕੋਈ ਨੇੜੇ ਰਹਿੰਦਾ ਸੀ ਤੇ ਭਾਵੇਂ ਕੋਈ ਦੂਰ ਸੀ, ਸਾਰੇ ਹੀ ਦਰਸ਼ਨਾਂ ਵਾਸਤੇ ਆਵਤ ਗਮਨੇ ਤਜੇ ਨਿਕੇਤ। ਇਹ ਸਾਰੇ ਸਜ ਸਜਾ ਕੇ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਉਣ ਲੱਗੇ। ਅਨਿਕ ਅਕੋਰਨ ਕੋ ਲੈ ਆਵਹਿ। ਹੁਣ ਜਿਵੇਂ ਕਿ ਸਿੱਖਾਂ ਦੇ ਅੰਦਰ ਚਾਹ ਹੁੰਦਾ ਹੈ ਸਤਿਗੁਰਾਂ ਦੇ ਵਾਸਤੇ ਵਧੀਆ ਤੋਂ ਵਧੀਆ ਸਮਾਨ ਲੈਣਾ, ਚੀਜ਼ਾਂ ਲੈਣੀਆਂ, ਜਿਹਨੂੰ ਅਸੀਂ ਅੱਜ ਕੱਲ੍ਹ ਗਿਫਟ ਆਖਦੇ ਹਾਂ, ਤੋਹਫੇ ਲੈਣੇ, ਭੇਟਾਂ ਲੈਣੀਆਂ, ਐਉਂ ਸਿੱਖ ਸੰਗਤਾਂ ਤਿਆਰ ਕਰਕੇ ਗ੍ਰਾਮ ਬਕਾਲੇ ਕੇ ਦਿਸ਼ ਧਾਵ ਹੈ। ਅਰ ਬਕਾਲੇ ਪਿੰਡ, ਉਸ ਵੇਲੇ ਪਿੰਡ ਹੀ ਹੋਇਆ ਕਰਦਾ ਸੀ, ਗ੍ਰਾਮ ਇਧਰ ਨੂੰ ਸਾਰੇ ਆਉਂਦੇ ਨੇ। ਜਥ ਬੈਠੈ ਸ੍ਰੀ ਤੇਗ ਬਹਾਦਰ। ਜਿੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਸਜਦੇ ਨੇ, ਸੰਗਤ ਆਨ ਖਰੀ ਹੋਏ ਆਦਰ। ਜਦੋਂ ਸਤਿਗੁਰੂ ਮਹਾਰਾਜ ਦਰਬਾਰ ਸਜਾਉਂਦੇ ਨੇ ਤੇ ਸੰਗਤਾਂ ਹਾਜ਼ਰ ਹੁੰਦੀਆਂ ਨੇ। ਦਰਬ ਆਦ ਬੋ ਧਰਹਿ ਅਗਾਰੀ। ਜੋ ਭੇਟਾਂ ਨੇ ਦਸਵੰਧ ਦੀ ਮਾਇਆ ਹੈ ਜਾਂ ਹੋਰ ਆਪਣੀ ਆਪਣੀ ਭਾਵਨਾ ਕਾਮਨਾ ਹੁੰਦੀ ਹੈ, ਬਹੁਤ ਧਨ ਜਿਹੜਾ ਹੈ ਚੜਾਉਂਦੀਆਂ ਹਨ, ਮੱਥੇ ਟੇਕਦੀਆਂ ਹਨ। ਬੰਧਨ ਕਰਹਿ ਭਾਉ ਕੋ ਧਾਰੀ। ਬੜੇ ਅਦਬ ਦੇ ਨਾਲ, ਬੜੇ ਸਤਿਕਾਰ ਦੇ ਨਾਲ ਮੱਥੇ ਟੇਕਦੇ ਹਨ। ਆਵਨ ਲਗੀ ਭੇਟ ਚਹੂ ਔਰ। ਇਸ ਤਰ੍ਹਾਂ ਸੰਗਤ ਜੀਓ ਜਦੋਂ ਸੰਗਤ ਆਉਣ ਲੱਗੀ ਚਾਰੇ ਪਾਸਾਂ, ਚਾਰੇ ਦਿਸ਼ਾਵਾਂ ਤੋਂ, ਤੇ ਸੰਗਤ ਦੇ ਨਾਲ ਨਾਲ ਫਿਰ ਭੇਟਾ ਗੁਰੂ ਘਰ ਦੀ ਵੀ ਆਉਣ ਲੱਗੀ। ਮਾਨ ਹੈ ਸਿੱਖ ਝੁਕੈ ਕਰ ਜੋਰ। ਸਾਰੇ ਸਿੱਖ ਮਾਨਤਾ ਕਰਦੇ ਨੇ, ਮੰਨਦੇ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ। ਸੁਨੈ ਬਿਲੋਕ ਹੈ ਸੋਢੀ ਸਾਰੇ। ਸਾਰੇ ਸੁਣਦੇ ਨੇ ਤੇ ਵੇਖਦੇ ਨੇ ਜਿਸ ਵੇਲੇ ਸੋਢੀ ਜਰੈ ਨਹੀਂ ਉਰ ਜਰਹਿ ਕੁਡਾਰੇ। ਇਹਨਾਂ ਕੋਲੋਂ ਹੁਣ ਫਿਰ ਜਰ ਨਹੀਂ ਹੁੰਦਾ। ਇਹ ਕਿਹਨਾਂ ਦੇ ਬਾਬਤ ਕਿਹਾ ਜਾ ਰਿਹਾ ਹੈ? ਜਿਹੜੇ ਸੋਢੀ ਇਸ ਪ੍ਰਕਾਰ ਦੇ ਆ ਕੇ ਬਕਾਲੇ ਕੇਵਲ ਆਪਣੇ ਆਪ ਨੂੰ ਗੁਰੂ ਮਨਾਉਣ ਦੇ ਵਾਸਤੇ ਬੈਠੇ ਸਨ। ਉਹਨਾਂ ਦੀ ਹੁਣ ਦਾਲ ਨਾ ਗਲੀ, ਪਰਦਾ ਸਾਰਾ ਲੈ ਗਿਆ, ਸਿੱਖ ਸੰਗਤਾਂ ਸਾਰੀਆਂ ਨੌਵੇਂ ਪਾਤਸ਼ਾਹ ਦੇ ਨਾਲ ਜੁੜ ਗਈਆਂ। ਹੁਣ ਇਹ ਸਾਰਾ ਕੁਝ ਵੇਖ ਕੇ ਉਹਨਾਂ ਕੋਲੋਂ ਬਰਦਾਸ਼ਤ ਨਹੀਂ ਹੋ ਰਿਹਾ। ਦਵੈਸ਼ ਉਪਾਵਤ ਘਟ ਬਚਕ ਹੈ। ਮਾਨਯੋਗ ਜੀ ਕਹਿੰਦੇ ਨੇ ਹੁਣ ਇਹ ਕਰ ਤਾਂ ਕੁਝ ਸਕਦੇ ਨਹੀਂ, ਲੇਕਿਨ ਅੰਦਰ ਈਰਖਾ ਹੈਗੀ ਹੈ, ਦਵੈਸ਼। ਜਦੋਂ ਬੰਦਾ ਈਰਖਾਲੂ ਹੁੰਦਾ ਹੈ ਨਾ, ਕਰਨ ਜੋਗਾ ਨਾ ਕੁਝ ਰਹਿ ਜਾਵੇ, ਤੇ ਫਿਰ ਜ਼ੁਬਾਨ ਚਲਾਉਣ ਲੱਗ ਪੈਂਦਾ ਹੈ। ਤੇ ਜ਼ੁਬਾਨ ਨਾਲ ਫਿਰ ਮਿੱਠੇ ਬਚਨ ਥੋੜਾ ਆਖਣੇ ਨੇ, ਚੰਗੇ ਬਚਨ ਥੋੜਾ ਆਖਣੇ ਨੇ, ਫਿਰ ਨਿੰਦਾ ਹੀ ਕਰਨੀ ਹੁੰਦੀ, ਹੋਰ ਕੀ ਹੈ। ਮਾਨਯੋਗ ਜੀ ਲਿਖਦੇ ਨੇ ਸਾਡੇ ਮਹਾਕਵੀ ਜੀ ਕਿ ਇਸ ਤਰ੍ਹਾਂ ਕਰਕੇ ਜਿਹੜੇ ਸੋਢੀ ਨੇ ਉਹ ਨਿੰਦਾ ਭਰੇ, ਈਰਖਾ ਭਰੇ ਬਚਨ ਕਰਨ ਲੱਗ ਪਏ। ਨਹੀਂ ਮਹਾਤਮ ਗੁਰ ਕੋਲ ਹੈ। ਇਹਨਾਂ ਦੇ ਅੰਦਰ ਨਾ ਗੁਰੂ ਸਾਹਿਬ ਜੀ ਦੀ ਵਡਿਆਈ ਦਾ ਕੋਈ ਮਹੱਤਵ ਨਹੀਂ ਹੈ। ਸਿੱਖਾਂ ਦੇ ਅੰਦਰ ਗੁਰੂ ਕੀ ਵਡਿਆਈ ਦਾ ਮਹੱਤਵ ਹੈ, ਲੇਕਿਨ ਇਹਨਾਂ ਈਰਖਾਲੂ ਬੰਦਿਆਂ ਦੇ ਅੰਦਰ ਸਤਿਗੁਰਾਂ ਦੀ ਮਹਿਮਾ ਦਾ, ਸਤਿਗੁਰਾਂ ਦੀ ਵਡਿਆਈ ਦਾ ਕੋਈ ਮਹੱਤਵ ਨਹੀਂ ਹੈ। ਕਿਤਕ ਦਿਵਸ ਰਹੇ ਮੱਖਣ ਸ਼ਾਹੂ। ਗੱਲ ਨੂੰ ਅੱਗੇ ਤੋਰਦਿਆਂ ਹੋਇਆਂ, ਵਾਰਤਾ ਨੂੰ ਅੱਗੇ ਤੋਰਦਿਆਂ ਹੋਇਆਂ ਮਾਨਯੋਗ ਜੀ ਲਿਖਦੇ ਨੇ ਭਾਈ ਸੰਤੋਖ ਸਿੰਘ ਜੀ, ਕਿਤਕ ਦਿਵਸ ਰਹੇ ਸਤਿਗੁਰ ਪਾਹੂ। ਕੁਝ ਦਿਨ ਹੋਰ ਭਾਈ ਮੱਖਣ ਸ਼ਾਹ ਇੱਥੇ ਠਹਿਰੇ, ਆਪਣੇ ਦੇਸ਼ ਗਮਨ ਕਰ ਚਾਹੂ। ਫਿਰ ਉਹਨਾਂ ਦੇ ਅੰਦਰ ਭਾਵਨਾ ਹੋਈ ਵੀ ਸਾਨੂੰ ਹੁਣ ਆਪਣੇ ਦੇਸ਼ ਜਾਣਾ ਚਾਹੀਦਾ ਹੈ। ਉਹਨਾਂ ਸਮਿਆਂ ਵਿੱਚ
ਇਹ ਸ਼ਬਦ ਦੇਸ਼ ਆਮ ਵਰਤਿਆ ਜਾਂਦਾ ਸੀ। ਦੂਸਰੇ ਸ਼ਹਿਰ ਜਾਣਾ ਹੋਵੇ ਤਾਂ ਵੀ ਦੇਸ਼ ਸ਼ਬਦ ਵਰਤ ਲੈਂਦੇ ਸਨ। ਜਿਹਨੂੰ ਅੱਜ ਕੱਲ੍ਹ ਸੂਬਾ ਕਹਿੰਦੇ ਨੇ, ਸਟੇਟ ਕਹਿੰਦੇ ਨੇ, ਉਸ ਨੂੰ ਵੀ ਦੇਸ਼ ਕਹਿ ਲੈਂਦੇ ਸਨ। ਜਿਹਨੂੰ ਅੱਜ ਕੱਲ੍ਹ ਅਸੀਂ ਕੰਟਰੀ ਆਖਦੇ ਹਾਂ, ਉਸ ਨੂੰ ਵੀ ਦੇਸ਼ ਕਹਿ ਲੈਂਦੇ ਸਨ। ਭਾਵ ਸੀ ਕਿ ਦੂਰ ਦੁਰਾਡੇ ਜਿੱਥੇ ਮੇਰੀ ਹਕੂਮਤ ਨਹੀਂ, ਜਿੱਥੇ ਸਾਡੀ ਹਕੂਮਤ ਨਹੀਂ, ਉਸ ਨੂੰ ਦੇਸ਼ ਸ਼ਬਦ ਵਰਤਿਆ ਜਾਂਦਾ ਸੀ। ਭਾਵ ਮੈਂ ਹੁਣ ਕਸ਼ਮੀਰ ਮੁਜ਼ੱਫਰਾਬਾਦ ਮੈਂ ਜਾਵਾਂ, ਬਹੁ ਦਿਨ ਥਿਤੇ ਛੋਰ ਘਰ ਆਇਓ। ਕਿਉਂਕਿ ਸਾਨੂੰ ਆਇਆ ਹੁਣ ਕਾਫੀ ਦਿਨ ਹੋ ਗਏ ਨੇ। ਪੁਰੀ ਕਾਮਨਾ ਦਰਸ਼ਨ ਪਾਇਓ। ਮੇਰੀ ਕਾਮਨਾ ਪੂਰੀ ਹੋ ਗਈ ਹੈ, ਮੈਂ ਸਤਿਗੁਰਾਂ ਦੇ ਦੀਦਾਰ ਕਰ ਲਏ ਨੇ। ਹਿਰਦੈ ਵਿਚਾਰਿਤ ਇੱਕ ਦਿਨ ਐਸੇ। ਸੰਗਤ ਜੀਓ, ਆਪਨੇ ਸਾਰਾ ਕੁਝ ਸੁਣਿਆ ਹੋਇਆ, ਇਸ ਲਈ ਮੈਂ ਦੁਹਰਾਉਂਦਾ ਨਹੀਂ ਹਾਂ, ਪਰ ਜ਼ਰੂਰ ਯਾਦ ਰੱਖਣਾ, ਭਾਈ ਮੱਖਣ ਸ਼ਾਹ ਸਾਹਿਬ ਸਧਾਰਨ ਸਿੱਖ ਨਹੀਂ ਸਨ। 7ਵੇਂ ਪਾਤਸ਼ਾਹ ਮਹਾਰਾਜ ਦੇ ਥਾਪੇ ਹੋਏ ਕਸ਼ਮੀਰ ਵਾਲੇ ਪਾਸੇ ਦੇ ਇਹ ਮਸੰਦ ਵੀ ਸਨ। ਤੇ ਮਸੰਦ ਕੇਵਲ ਮਾਇਆ ਵਾਲੀ ਗੱਲ ਨਹੀਂ ਹੈ ਸੀ। ਸੱਚਮੁੱਚ ਜਿਹਨੂੰ ਸਹੀ ਲਫ਼ਜ਼ਾਂ ਵਿੱਚ ਮਸੰਦ ਆਖਿਆ ਜਾਂਦਾ ਹੈ, ਪ੍ਰਚਾਰਕ, ਇਹ ਉਹ ਪ੍ਰਚਾਰਕ ਸਨ। ਠੀਕ ਹੈ, ਇਹਨਾਂ ਨੂੰ ਮੁਸ਼ਕਲ ਦਾ ਸਮਾਂ ਬਣਿਆ, ਇਹਨਾਂ ਨੇ ਅਰਦਾਸ ਕੀਤੀ, ਗੁਰੂ ਪਾਤਸ਼ਾਹ ਜੀ ਨੇ ਅਰਦਾਸ ਪੂਰੀ ਕੀਤੀ, ਸ਼ੁਕਰਾਨਾ ਕਰਨ ਵਾਸਤੇ ਆਏ, ਲੇਕਿਨ ਨਾਲ ਮਸੰਦ ਵੀ ਨੇ, ਇਸ ਲਈ ਸੰਗਤਾਂ ਦੀਆਂ ਭੇਟਾਵਾਂ ਲੈ ਕੇ ਆਏ। ਪਰ ਪਹਿਲਾਂ ਰੁਖ ਕੀਤਾ ਇਹਨਾਂ ਨੇ ਕੀਰਤਪੁਰ ਸਾਹਿਬ ਦਾ, ਕਿਉਂਕਿ ਇਹਨਾਂ ਦੀ ਵਾਕਫੀਅਤ ਸੀ ਕਿ ਸਤਿਗੁਰੂ ਮਹਾਰਾਜ ਗੁਰੂ ਹਰਕ੍ਰਿਸ਼ਨ ਸਾਹਿਬ ਜਿਹੜੇ ਨੇ ਇਹ ਉੱਥੇ ਨੇ। ਜਦੋਂ ਉਧਰ ਦੀ ਜੂਹ ਦੇ ਨੇੜੇ ਆਏ ਤੇ ਉੱਥੇ ਆਇਆ ਪਤਾ ਲੱਗਾ ਕਿ ਉਹ ਤਾਂ ਜੋਤੀ ਜੋਤ ਸਮਾ ਗਏ ਨੇ। ਦਿੱਲੀ ਚਲੇ ਗਏ ਸਨ, ਉੱਥੇ ਜਾ ਕੇ ਜੋਤੀ ਜੋਤ ਸਮਾ ਗਏ ਨੇ। ਫਿਰ ਇਹ ਪਤਾ ਲੱਗਾ ਨਾਲ ਕਿ ਜਾਣ ਲੱਗਿਆ ਉਹਨਾਂ ਨੇ ਇਹ ਬਚਨ ਆਖੇ ਨੇ ਕਿ ਬਾਬਾ ਬਸਤ ਹੈ ਬੀਚ ਬਕਾਲੇ, ਬਣ ਗੁਰ ਸੰਗਤ ਸਕਲ ਸੰਭਾਲੇ। ਫਿਰ ਇੱਥੇ ਆਏ। ਇੱਥੇ ਆਇਆ ਹੋਇਆਂ ਜਿਹੜਾ ਈਰਖਾਂ ਦੇ ਭਾਂਬੜ, ਦਵੈਸ਼ ਦੇ ਭਾਂਬੜ ਮਚ ਰਹੇ ਸਨ, ਦੇਖ ਰਹੇ ਸਨ, ਉਹ ਮਾਣਯੋਗ ਭਾਈ ਸਾਹਿਬ ਹੋਰਾਂ ਨੇ ਦੇਖਿਆ। ਲੇਕਿਨ ਉਹਨਾਂ ਨੂੰ ਪ੍ਰਸੰਨਤਾ ਹੋਈ ਜਦੋਂ 9ਵੇਂ ਪਾਤਸ਼ਾਹ ਮਹਾਰਾਜ ਦੇ ਉਹਨਾਂ ਨੇ ਦਰਸ਼ਨ ਕੀਤੇ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੀ ਬੇਨਤੀ ਪ੍ਰਵਾਨ ਕੀਤੀ ਅਤੇ ਪ੍ਰਗਟ ਹੋਏ। ਭਾਈ ਸਾਹਿਬ ਹੋਰੀ ਕਹਿੰਦੇ ਨੇ, ਮੈਂ ਕਿਤਨਾ ਖੁਸ਼ ਨਸੀਬ ਹਾਂ ਕਿ ਮੈਂ ਘਰੋਂ ਚੱਲ ਕੇ ਆਇਆ, ਮੈਨੂੰ ਦੀਦਾਰ ਪ੍ਰਾਪਤ ਹੋਏ, ਔਰ ਅੱਜ ਹੁਣ ਮੈਨੂੰ ਇੱਥੋਂ ਜਾਣਾ ਚਾਹੀਦਾ ਹੈ। ਚੱਲ ਆਇਓ ਜਹ ਸਤਿਗੁਰ ਬੈਸੇ। ਫਿਰ ਆਏ ਤਿਆਰ ਹੋ ਕੇ ਜਿੱਥੇ ਸਤਿਗੁਰੂ ਮਹਾਰਾਜ ਵਿਰਾਜਮਾਨ ਸਨ। ਨਿਮਰ ਹੋਏ ਕਰ ਬੰਧਨ ਠਾਨੀ। ਨਿਮਰਤਾ ਦੇ ਨਾਲ ਨਮਸਕਾਰ ਕੀਤੀ। ਪ੍ਰੇਮ ਜਨਾਵਤ ਬੋਲਿਓ ਬਾਨੀ। ਬਹੁਤ ਪਿਆਰ ਦੇ ਨਾਲ, ਭਾਵਨਾ ਦੇ ਨਾਲ ਹੱਥ ਜੋੜਦਿਆਂ ਹੋਇਆਂ ਇਉਂ ਬਚਨ ਕੀਤੇ। ਦੂਰ ਅਦਕ ਤੇ ਮੈਂ ਚੱਲ ਆਇਓ। ਵਾਹ, ਧੰਨ ਨੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਹੋਣੀ ਇਉਂ ਵਾਰਤਾ ਲਾਪ ਲਿਖਦੇ ਨੇ ਜਿਸ ਤਰ੍ਹਾਂ ਨਾ ਆਪਣੀ ਅੱਖੀਂ ਸਾਰਾ ਕੁਝ ਵੇਖ ਰਹੇ ਹੋਣ। ਔਰ ਖੂਬਸੂਰਤੀ ਹੈ ਉਹਨਾਂ ਦੀ ਲੇਖਣੀ ਦੀ ਕਿ ਇਸ ਢੰਗ ਦੇ ਨਾਲ ਦ੍ਰਿਸ਼ ਚਿੱਤਰਨ ਕਰਦੇ ਨੇ ਤਾਂ ਕਿ ਸਰੋਤਾ ਜਨ ਵੀ ਇਉਂ ਪ੍ਰਤੀਤ ਕਰ ਸਕਣ ਜਿਵੇਂ ਉਹ ਵੀ ਸਾਰੇ ਆਪਣੀਆਂ ਅੱਖਾਂ ਦੇ ਨਾਲ ਉਸ ਸੀਨ ਨੂੰ ਦੇਖ ਰਹੇ ਹੋਣ। ਤਾਂ ਫਿਰ ਜੀ ਬਾਂਛਤ ਰਾਵਰ ਦਰਸ਼ਨ ਪਾਇਓ। ਨਿਮਰਤਾ ਨਾਲ ਭਾਈ ਸਾਹਿਬ ਹੋਰੀ ਕਹਿ ਰਹੇ ਨੇ, ਸੱਚੇ ਪਾਤਸ਼ਾਹ ਮੈਂ ਦੂਰ ਦੇਸ਼ ਤੋਂ ਚੱਲ ਕੇ ਆਇਆ ਸਾਂ ਤੁਹਾਡੇ ਦਰਸ਼ਨ ਕਰਨ ਵਾਸਤੇ। ਮੇਰੀ ਖੁਸ਼ਕਿਸਮਤੀ ਹੈ ਕਿ ਮੈਨੂੰ ਦਰਸ਼ਨ ਪ੍ਰਾਪਤ ਹੋਏ, ਖੁਸ਼ੀਆਂ ਹੋਈਆਂ। ਭਇਓ ਕਿਰਤਾਰਥ ਅਬ ਸਭ ਭਾਂਤੀ। ਮਹਾਰਾਜ ਮੈਂ ਹਰ ਤਰ੍ਹਾਂ ਕਰਕੇ ਕਿਰਤਾਰਥ ਹੋ ਗਿਆ ਹਾਂ, ਨਿਹਾਲ ਹੋ ਗਿਆ ਹਾਂ। ਹੱਥ ਸੰਸੈ ਪਾ ਸੀਤਲ ਛਾਤੀ। ਮੈਂ ਪਹਿਲਾਂ ਸੰਸਾ ਮੇਰੇ ਮਨ ਵਿੱਚ ਕਿਸੇ ਪ੍ਰਕਾਰ ਦਾ ਹੋਏਗਾ, ਪਰ ਹੁਣ ਮੈਂ ਛਾਤੀ ਸੀਤਲ, ਮਨ ਸੁਖੀ, ਛੰਤ ਗੋਬਿੰਦ ਗੁਣ ਗਾਏ, ਐਸਾ ਆਨੰਦ ਹੀ ਆਨੰਦ ਹੋ ਗਿਆ। ਚਿਰੰਕਾਲ ਪਾ ਤਜੇ ਨਿਕੇਤ। ਇਹ ਗਰੀਬ ਨਵਾਜ਼ ਪਾਤਸ਼ਾਹ ਮੈਨੂੰ ਘਰੋਂ ਆਇਆ ਹੁਣ ਕਾਫੀ ਮਹੀਨੇ ਹੋ ਗਏ ਨੇ। ਚਲਿਓ ਚਹਿਤ ਤੁਮ ਨਾਮ ਸਮੇਤ। ਮੈਂ ਨਾ ਆਪ ਜੀ ਦੀਆਂ ਵਡਿਆਈਆਂ ਨੂੰ ਲੈ ਕੇ ਤੇ ਹੁਣ ਮੈਂ ਆਪਣੇ ਨਗਰ ਜਾਣਾ ਚਾਹੁੰਦਾ ਹਾਂ। ਸੁਣ ਸਤਿਗੁਰ ਕਹਿ ਸਹਿਜ ਸੁਭਾਏ। ਸੁਣ ਕੇ ਨਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਐਂ ਆਖਿਆ ਪਿਆਰ ਨਾਲ,
ਹਮ ਤੇ ਭੀਤ ਬਸਿਓ ਨਾ ਜਾਏ। ਸਤਿਗੁਰੂ ਕਹਿਣ ਲੱਗੇ ਭਾਈ ਜੀ ਤੁਸੀਂ ਹੁਣ ਬਕਾਲੇ ਤੋਂ ਵਿਦਾ ਹੋਣਾ ਚਾਹੁੰਦੇ ਹੋ, ਅਸੀਂ ਵੀ ਬਕਾਲਾ ਛੱਡਣਾ ਹੀ ਚਾਹੁੰਦੇ ਹਾਂ। ਹੁਣ ਹਮ ਤੇ ਵੀ ਇਤ ਬਸਿਓ ਨਾ ਜਾਏ, ਕਿਉਂ ਭਲਾ? ਤਜ ਹੈ ਦੇਸ਼ ਹੋਏ ਸਤੁਦਰਵ ਪਾਰ। ਗੱਲ ਇਹ ਹੈ ਵੀ ਅਸੀਂ ਨਾ ਬਕਾਲਾ ਛੱਡ ਕੇ ਤੇ ਹੁਣ ਸਤਲੁਜ ਤੋਂ ਪਰਾਂ ਚਲੇ ਜਾਣਾ ਹੈ। ਕਹੂੰ ਕਰੇਂਗੇ ਆਪਨ ਅਗਾਰ। ਅਸੀਂ ਨਾ ਕਿਸੇ ਥਾਂ ਤੇ ਜਾ ਕੇ ਉੱਥੇ ਆਪਣੇ ਘਰ ਮਕਾਨ ਹੁਣ ਬਣਾਉਂਦੇ ਹਾਂ। ਮਤ ਸਰ ਇਹ ਕਰਤ ਹੈ ਘਨੇ। ਕਾਰਨ ਕੀ ਹੈ? ਮਤਸਰ ਇਹਾਂ ਕਰਤ ਹੈ ਘਣੇ। ਇੱਥੇ ਈਰਖਾ ਕਰਨ ਵਾਲੇ ਹੁਣ ਬਹੁਤ ਇਕੱਠੇ ਹੋ ਗਏ ਨੇ। ਈਰਖਾਲੂਆਂ ਦਾ ਵਾਤਾਵਰਨ ਸਾਰਾ ਆਲਾ ਦੁਆਲਾ ਬਣਿਆ ਹੋਇਆ ਹੈ। ਅਸ ਨਾ ਹੋਏ ਕੋ ਜਾਵਹਿ ਹਨੇ। ਗੱਲ ਇਹ ਹੈ ਕਿ ਪਹਿਲਾਂ ਵੀ ਉਹਨਾਂ ਨੇ ਗੋਲੀਆਂ ਚਲਾਈਆਂ, 2 ਵਾਰਦਾਤਾਂ ਇਸ ਪ੍ਰਕਾਰ ਦੀਆਂ ਹੋ ਗਈਆਂ, ਸਾਡੇ ਤੇ ਗੋਲੀਆਂ ਚਲਾਈਆਂ, ਬਚਾਅ ਹੋ ਗਿਆ, ਸ਼ੁਕਰ ਹੈ ਕਰਤਾਰ ਦਾ। ਪਰ ਜਦੋਂ ਇੱਥੋਂ ਤੱਕ ਨੌਬਤ ਆ ਜਾਵੇ ਤਾਂ ਬੰਦੇ ਮਰ ਸਕਦੇ ਹੁੰਦੇ ਨੇ ਨਾ। ਸਾਡੇ ਤੇ ਕੋਈ ਵਾਰ ਨਾ ਕਰੇਗਾ, ਸਾਡੇ ਨਾਲ ਹਿੱਤ ਕਰਨ ਵਾਲਿਆਂ ਤੇ ਪਿਆਰ ਕਰਨ ਵਾਲਿਆਂ ਤੇ ਵਾਰ ਕਰੇਗਾ, ਅਸੀਂ ਨਹੀਂ ਚਾਹੁੰਦੇ। ਅਸੀਂ ਆਪਸ ਵਿੱਚ ਭਾਈਚਾਰੇ ਦੇ ਵਿੱਚ ਇਸ ਲੈਵਲ ਤੇ ਸੋਢੀਆਂ ਦੇ ਵਿੱਚ ਸਾਡੇ ਦੇ ਪ੍ਰਤੀ ਇੱਕ ਦੂਜੇ ਪ੍ਰਤੀ ਈਰਖਾ ਪੈਦਾ ਹੋ ਜਾਵੇ, ਬਣ ਜਾਵੇ। ਗੁਰੂ ਘਰ ਦੇ ਅੰਦਰ ਸ਼ਰੀਕਾ ਜਿਹੜਾ ਹੈ, ਸ਼ਰੀਕੇ ਦੀ ਅੱਗ ਬਲੇ, ਅਸੀਂ ਨਹੀਂ ਚਾਹੁੰਦੇ ਜੀ। ਜਹਾਂ ਸ਼ਾਂਤ ਹੋਏ ਬਿਨਾ ਬਖੇਰੇ। ਅਸੀਂ ਇਹ ਚਾਹੁੰਦੇ ਹਾਂ ਜਿੱਥੇ ਸ਼ਾਂਤੀ ਹੋਵੇ, ਜਿੱਥੇ ਕਿਸੇ ਪ੍ਰਕਾਰ ਦਾ ਬਖੇੜਾ ਝਗੜਾ ਨਾ ਹੋਵੇ। ਅਸ ਨਾ ਹੋਏ ਕੋ ਕੁਸ਼ਲ ਬਸਬੇ ਕੇਰੇ। ਹਾਂਜੀ, ਕੁਸ਼ਲ ਹੋਵੇ ਬਸਬੇ ਕੇਰੇ। ਹਾਂ, ਤਹਾਂ ਕੁਸ਼ਲ ਹੋਵੇ ਬਸਬੇ ਕੇਰੇ। ਜਿੱਥੇ ਕੋਈ ਝਗੜਾ ਨਾ ਹੋਵੇਗਾ, ਖਿਚਾ ਨਹੀਂ ਹੋਵੇਗਾ, ਉੱਥੇ ਜਾ ਕੇ ਹੀ ਰਹਿਣਾ ਚੰਗਾ ਹੈ। ਆਰਾਮ ਦੇ ਵਿੱਚ, ਸ਼ਾਂਤੀ ਵਿੱਚ, ਟਿਕਾ ਦੇ ਵਿੱਚ ਹੀ ਪ੍ਰਚਾਰ ਹੋ ਸਕਦਾ ਹੈ। ਖਿਚਾ ਦੇ ਵਿੱਚ, ਤੂੰ ਮੈਂ ਦੇ ਵਿੱਚ ਝਗੜੇ ਹੀ ਝਗੜੇ ਨੇ। ਇਹ ਚੰਗਾ ਵਾਤਾਵਰਨ ਨਹੀਂ ਬਣਿਆ ਰਹਿੰਦਾ। ਸ਼੍ਰੀ ਹਰਿ ਕ੍ਰਿਸ਼ਨ ਬਾਕ ਕੋ ਕਹੇ। ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਆਖੇ ਸਨ। ਗ੍ਰਾਮ ਬਕਾਲੇ ਗੁਰਤਾ ਲਹੇ। ਉਹਨਾਂ ਨੇ ਕਿਹਾ ਸੀ ਕਿ ਬਕਾਲੇ ਵਿੱਚ ਜਿਹੜੇ ਬਾਬਾ ਜੀ ਨੇ ਉਹ ਗੁਰੂ ਹੋਣਗੇ। ਜਾਂ ਤੇ ਇਹਾਂ ਬਸਨ ਸਭ ਚਾਹੈ। ਇਸ ਕਰਕੇ ਨਾ ਹੁਣ ਜਿਹੜੇ ਪਹਿਲਾਂ ਬਕਾਲੇ ਨਹੀਂ ਵੀ ਰਹਿੰਦੇ ਸਨ ਨਾ, ਉਹ ਉਸ ਬਚਨ ਤੋਂ ਲਾਭ ਉਠਾਉਣ ਵਾਸਤੇ ਭੱਜ ਭੱਜ ਕੇ ਇੱਥੇ ਆਉਂਦੇ ਨੇ, ਆਪਣੇ ਨਾਮ ਨਾਲ ਗੁਰੂ ਜੋੜ ਲੈਂਦੇ ਨੇ ਜੀ। ਵਧਹਿ ਦਵੈਸ਼ ਪੁੰਨ ਆਪਸ ਮਾਹੈ। ਨਤੀਜਾ ਇਹ ਨਿਕਲਦਾ ਹੈ ਕਿ ਭੋਲੇ ਭਾਲੀਆਂ ਸੰਗਤਾਂ ਨੂੰ ਤਾਂ ਵਰਗਲਾਇਆ ਜਾਂਦਾ ਹੈ ਨਾ, ਪਰ ਇਸ ਪੱਧਰ ਤੇ, ਸਾਡੀ ਪੱਧਰ ਤੇ ਆਪਸ ਵਿੱਚ ਈਰਖਾ ਜਿਹੜੀ ਹੈ ਉਹਨੂੰ ਵੀ ਲਗਾਤਾਰ ਹਵਾ ਮਿਲਦੀ ਹੈ। ਫਿਰ ਆਗੇ ਧੀਰ ਮਲ ਬਹੁ ਕੀਨ। ਪਹਿਲਾਂ ਧੀਰ ਮਲ ਨੇ ਬਥੇਰਾ ਬਖੇੜਾ ਕੀਤਾ। ਕਹਾਂ ਲਾਭ ਹੋਇਓ ਦੁਖ ਪੀਨ। ਦੱਸੋ ਧੀਰਮਲ ਨੂੰ ਕੋਈ ਲਾਭ ਹੋਇਆ? ਤੁਸਾਂ ਨੇ ਬਹੁਤ ਸੂਰ ਆਪਣੀ ਅੱਖੀਂ ਵੇਖਿਆ, ਧੀਰਮਲ ਨੂੰ ਕੀ ਲਾਭ ਹੋਇਆ? ਇਮ ਕਹਿ ਸ਼੍ਰੀ ਸਤਿਗੁਰ ਤੇ ਪਿਆਰ। ਅਸੀਂ ਨਹੀਂ ਚਾਹੁੰਦੇ ਕਿ ਬਕਾਲੇ ਦੇ ਵਿੱਚ ਕੋਈ ਹੋਰ ਵੀ ਧੀਰਮਲ ਪੈਦਾ ਹੋਵੇ। ਅਸੀਂ ਨਹੀਂ ਚਾਹੁੰਦੇ ਕਿ ਧੀਰ ਮੱਲੀਆਂ ਦੀ ਬਿਰਤੀਆਂ ਜਿਹੜੀਆਂ ਨੇ ਇਹ ਸਾਡੇ ਸਾਰਿਆਂ ਤੇ ਹਾਵੀ ਹੋ ਜਾਣ। ਅਸੀਂ ਨਹੀਂ ਚਾਹੁੰਦੇ। ਅਜਿਹੀ ਹਾਲਤ ਦੇ ਵਿੱਚ ਠੀਕ ਵਾਤਾਵਰਨ ਨਹੀਂ ਹੁੰਦਾ। ਸਮਾਜ ਦਾ, ਸਿੱਖਾਂ ਦਾ, ਭਾਈਚਾਰੇ ਦਾ ਭਲਾ ਕਰਨਾ ਕਠਿਨ ਹੋ ਜਾਂਦਾ ਹੈ। ਜੇ ਤੁਸੀਂ ਚੱਲੇ ਹੋ ਨਾ, ਅਸੀਂ ਵੀ ਬਕਾਲਾ ਛੱਡਣ ਲਈ ਹੁਣ ਤਿਆਰ ਹਾਂ ਤੇ ਅਸੀਂ ਵੀ ਜਾਂਦੇ ਹਾਂ। ਇਹ ਬਚਨ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੀ ਕੂਚ ਵਾਲੀਆਂ ਗੱਲਾਂ ਕਰ ਦਿੱਤੀਆਂ। ਜਨਨੀ ਸੋ ਤਬ ਕੀਨ ਉਚਾਰ। ਸਤਿਗੁਰੂ ਮਹਾਰਾਜ ਨੇ ਆਪਣੀ ਸਤਿਕਾਰਯੋਗ ਮਾਤਾ ਜੀ ਪ੍ਰਤੀ ਆਖਿਆ, ਮਾਤਾ ਨਾਨਕੀ ਜੀ ਪ੍ਰਤੀ, ਅਪਰ ਗ੍ਰਾਮ ਬਸਬੋ ਅਬ ਬਨੈ। ਮਾਤਾ ਜੀ ਹੁਣ ਤਾਂ ਨਾ ਕਿਸੇ ਹੋਰ ਥਾਂ ਤੇ ਪਹੁੰਚ ਕੇ
ਕੋਈ ਨਗਰ ਅਸੀਂ ਬੰਨ੍ਹਦੇ ਹਾਂ। ਦਵੈਸ਼ੀ ਦੇਸ਼ ਕਰਤ ਇਤ ਘਨੈ ਇੱਥੇ ਬਹੁਤ ਸਾਰੇ ਨਾ ਗੁਰੂ ਕੇ ਦੁਖੀ ਇਕੱਠੇ ਹੋ ਗਏ ਨੇ। ਇਤਿਆਦਿਕ ਕਹਿ ਕੈ ਸੰਗ ਮਾਤ ਮਾਤਾ ਜੀ ਨੂੰ ਇਸ ਪ੍ਰਕਾਰ ਦੇ ਕਈ ਬਚਨ ਆਖੇ ਸਮਝਾਏ। ਸੁਪਤੇ ਸਤਿਗੁਰ ਬਿਤੀ ਸੋ ਰਾਤ ਭਾਵ ਇਹ ਫੈਸਲਾ ਦੇ ਕੇ ਕਿ ਮਾਤਾ ਜੀ ਆਪਾਂ ਵੀ ਇੱਥੋਂ ਚੱਲੀਏ, ਫੈਸਲਾ ਦੇ ਕੇ ਦੱਸ ਕੇ, ਕਾਰਨ ਦੱਸ ਕੇ ਤੇ ਅੱਜ ਆਰਾਮ ਕਰਨ ਲੱਗੇ। ਭਈ ਪ੍ਰਭਾਤ ਸੋਚ ਸਭ ਕੀਨ। ਮੇਰਾ ਖਿਆਲ ਹੈ ਇਤਿਹਾਸਕ ਪੱਖ ਤੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਹੋਰਾਂ ਦੇ ਅੱਜ ਦੀ ਰਾਤ ਬਕਾਲਾ ਸਾਹਿਬ ਦੇ ਵਿੱਚ ਅਖੀਰਲੀ ਰਾਤ ਸੀ। ਅੱਜ ਠਹਿਰੇ ਇੱਥੇ, ਰਾਤ ਨੂੰ ਆਰਾਮ ਕੀਤਾ ਤੇ ਫਿਰ ਮੱਜਨ ਕਰਿਓ ਪਹਿਰ ਪਟ ਲੀਨ। ਭਈ ਪ੍ਰਭਾਤ, ਜਿਸ ਵੇਲੇ ਪ੍ਰਭਾਤ ਹੋਈ ਤੇ ਰੋਜ਼ਾਨਾ ਦੇ ਅਨੁਸਾਰ ਸਤਿਗੁਰਾਂ ਨੇ ਇਸ਼ਨਾਨ ਕੀਤਾ, ਇਸ਼ਨਾਨ ਪਾਨ ਕਰਕੇ ਕਰਤਾਰ ਨਾਲ ਜੁੜੇ। ਫਿਰ ਦਿਨ ਦਾ ਜਿਸ ਵੇਲੇ ਚੜ੍ਹਾਅ ਹੋਇਆ, ਸੋਹਣਾ ਲਿਬਾਸ ਪਹਿਨਿਆ। ਮਾਤ ਨਾਨਕੀ ਲੱਖ ਸਭ ਬਾਤ। ਮਾਤਾ ਨਾਨਕੀ ਜੀ ਹੋਰੀ ਬੀਤੀ ਰਾਤ ਦੀ ਗੱਲ ਨੂੰ ਚੇਤੇ ਕਰਦਿਆਂ ਹੋਇਆਂ ਨਹਿ ਰਹਿ ਬੇਕੀ ਮਰਜੀ ਤਾਤ। ਇਹ ਸਮਝ ਲਿਆ ਕਿ ਹੁਣ ਪੁੱਤਰ ਜੀ ਦੀ ਇੱਥੇ ਰਹਿਣ ਦੀ ਇੱਛਾ ਨਹੀਂ ਹੈ। ਘਰ ਕੀ ਵਸਤ ਸਰਬ ਸੰਭਵਾਈ। ਤਾਂ ਫਿਰ ਪੁੱਤਰ ਜੀ ਦੀ ਇੱਛਾ ਦਾ ਸਤਿਕਾਰ ਕਰਦਿਆਂ ਹੋਇਆਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਉਹਨਾਂ ਦੀ ਇੱਛਾ ਦਾ ਸਤਿਕਾਰ ਕਰਦਿਆਂ ਹੋਇਆਂ ਘਰ ਦੀਆਂ ਵਸਤੂਆਂ ਦੀ ਸੰਭਾਲ ਕਰਨ ਲੱਗੇ। ਚਿਰੰਕਾਲ ਕੀ ਬਸਤ ਜੋਹਾਈ। ਹੁਣ ਕਈ ਸਾਲ ਹੋ ਗਏ ਸਨ, ਅੱਗੇ ਚੱਲ ਕੇ ਨਾ ਮਾਨਯੋਗ ਜੀ ਆਪ ਦੱਸਦੇ ਨੇ, ਕਈ ਸਾਲ ਹੋ ਗਏ ਸਨ ਇੱਥੇ ਠਹਿਰਿਆ ਹੋਇਆਂ। ਘਰ ਦਾ ਖਲਾਰਾ, ਘਰ ਦਾ ਸਮਾਨ ਤੇ ਸਾਰਾ ਕੁਝ ਬਣਿਆ ਤਣਿਆ ਪਿਆ ਸੀ ਜੀ। ਨਹਿ ਚਿਤ ਚਹਿਤ ਤਿਆਗ ਬੇਗ੍ਰਾਮੂ। ਮਾਤਾ ਜੀ ਦਾ ਦਿਲ ਨਹੀਂ ਕਰਦਾ ਸੀ ਨਗਰ ਛੱਡਣ ਤੇ। ਪਤ ਪਾਛੇ ਬਾਸੀ ਕਰ ਧਾਮੂ। ਜਦੋਂ ਦੇ ਪਤੀ ਉਹਨਾਂ ਦੇ ਗਏ ਨੇ, ਭਾਵ ਜਦੋਂ ਦੇ ਸਤਿਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੋਤੀ ਜੋਤ ਸਮਾਏ ਸਨ, ਉਦੋਂ ਦੇ ਇੱਥੇ ਆ ਗਏ ਸਨ। ਇਹ ਵਾਕਿਆ ਠੀਕ 20 ਵਰ੍ਹੇ ਪਹਿਲਾਂ ਦਾ ਹੈ। 1644 ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੋਤੀ ਜੋਤ ਸਮਾਏ ਸਨ ਕੀਰਤਪੁਰ। ਜੋਤੀ ਜੋਤ ਸਮਾਉਣ ਤੋਂ ਪਹਿਲਾਂ ਨੇ ਉਹਨਾਂ ਨੇ ਆਗਿਆ ਕੀਤੀ ਸੀ, ਤੁਸੀਂ ਪੁੱਤਰ ਨੂੰ ਲੈ ਕੇ ਤੇ ਬਕਾਲੇ ਚਲੇ ਜਾਓ। ਯਾਦ ਰੱਖਣ ਵਾਲੀ ਗੱਲ ਹੈ, ਬਕਾਲੇ ਸਤਿਕਾਰਯੋਗ ਮਾਤਾ ਨਾਨਕੀ ਹੋਰਾਂ ਦੇ ਪੇਕੇ ਸਨ। ਉਦੋਂ ਦੇ ਇੱਥੇ 20 ਸਾਲਾਂ ਤੋਂ ਆ ਕੇ ਰਹਿ ਰਹੇ ਸਨ ਤੇ ਅੱਜ ਫਿਰ ਸਮਾਂ ਕੁਝ ਐਸਾ ਬਣਿਆ ਜਦੋਂ ਪੁੱਤਰ ਸਤਿਗੁਰਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਨੇ ਹੁਕਮ ਕੀਤਾ ਚੱਲੀਏ ਹੁਣ। ਮਾਤਾ ਜੀ ਦਾ ਦਿਲ ਨਹੀਂ ਕਰਦਾ ਸੀ ਅਜੇ ਇੱਥੋਂ ਜਾਣ ਲਈ। ਤਉ ਜਾਨ ਸਭ ਰੀਤ ਲਚਾਰੀ। ਫਿਰ ਵੀ ਨਾ ਹਾਲਾਤ ਐਸੇ ਜੇ ਹੋ ਗਏ ਨੇ ਤੇ ਪੁੱਤਰ ਜੀ ਨੇ ਇਹ ਫੈਸਲਾ ਕੀਤਾ ਹੈ, ਵਸਤ ਸੰਭਾਰਤ ਦ੍ਰਿਗ ਜਲ ਡਾਰੀ। ਨਾਲੇ ਵਸਤੂਆਂ ਦੀ ਸੰਭਾਲ ਕਰਦੇ ਨੇ, ਨਾਲੇ ਥੋੜੇ ਥੋੜੇ ਉਦਾਸ ਵੀ ਹੁੰਦੇ ਨੇ। ਜੀਨ ਤੁਰੰਗਨ ਪਰ ਸ਼ੁਭ ਪਾਏ। ਘੋੜਿਆਂ ਤੇ ਕਾਠੀਆਂ ਪਾਈਆਂ ਸਾਰਿਆਂ ਨੇ। ਮੱਖਣ ਤਿਆਰ ਭਇਓ ਸਹਸਾਏ। ਭਾਈ ਮੱਖਣ ਸ਼ਾਹ ਹੋਣੀ ਵੀ ਤਿਆਰ ਹੋ ਗਏ ਸਾਰੇ। ਸਭ ਦਾਸਨ ਸੋ ਕੀਨ ਉਚਾਰੀ। ਉਹਨਾਂ ਨੇ ਆਪਣੇ ਸੇਵਕਾਂ ਨੂੰ ਆਖਿਆ, ਆਨੋ ਸਗਰੀ ਵਸਤ ਸੰਭਾਰੀ। ਤੁਸੀਂ ਸਾਰੀਆਂ ਵਸਤੂਆਂ ਦੀ ਸੰਭਾਲ ਕਰੋ। ਗੁਰ ਕਰ ਕੀ ਅਰ ਆਪਣੀ ਜੇਤੀ। ਜਿਹੜੀਆਂ ਵਸਤੂਆਂ, ਆਪਣਾ ਸਮਾਨ ਵੀ ਤੁਸੀਂ ਬੰਨ ਲਓ ਤੇ ਜਿਹੜੇ ਗੁਰੂ ਘਰ ਦਾ ਸਮਾਨ ਹੈਗਾ ਹੈ ਨਾ, ਇਹ ਵੀ ਮਾਤਾ ਜੀ ਹੋਣੀ ਤੇ ਸਾਰੇ ਸਿੱਖਾਂ ਦਾ ਸਹਿਯੋਗ ਕਰੋ। ਲੈ ਕਰ ਆਵਹੋ ਬੇਗ ਸਮੇਤੀ। ਜਿੰਨੀ ਛੇਤੀ ਹੋ ਸਕਦਾ ਹੈ ਸਮਾਨ ਬੰਨੋ ਤੇ ਤੁਰੀਏ ਆਪਾਂ ਇੱਥੋਂ। ਇਮ ਕਹਿਆਨ ਮਿਲਿਓ ਗੁਰ ਸੰਗ। ਐਂ ਕਹਿੰਦਿਆਂ ਹੋਇਆਂ ਆ ਕੇ ਸਤਿਗੁਰਾਂ ਨੂੰ ਮਿਲੇ। ਕੀਨਸ ਬੰਧਨ ਉਤਰ ਤੁਰੰਗ। ਘੋੜੇ ਤੋਂ ਉਤਰ ਕੇ ਸਤਿਗੁਰਾਂ ਨੂੰ ਨਮਸਕਾਰ ਕੀਤੀ। ਹਾਥ ਜੋੜ ਕਰ ਗਿਰਾ ਉਚਾਰੀ। ਹੱਥ ਜੋੜ ਕੇ ਫਿਰ ਐਂ ਆਖਿਆ, ਇਹ ਬਚਨ ਆਪਾਂ ਕਹਿ ਲਈਏ ਫਿਰ ਆਪਾਂ ਇੱਥੇ ਰੁਕ ਜਾਂਦੇ ਹਾਂ। ਕੀ ਬਚਨ ਆਖੇ ਜੀ? ਚੜ੍ਹੋ ਆਪ ਆਏ ਸਭ ਕਰੋ ਅਵਾਰੀ। ਗਰੀਬ ਨਵਾਜ਼ ਪਾਤਸ਼ਾਹ ਆਪ ਕਿਰਪਾ ਕਰੋ,
ਤੇ ਆਪਾਂ ਨਾ ਛੇਤੀ ਹੁਣ ਇੱਥੋਂ ਤੁਰ ਪਈਏ। ਭਾਵ ਸੀ ਕਿ ਅਗਲੀ ਮੰਜ਼ਲ ਟਿਕਾਣੇ ਤੇ ਥੋੜਾ ਜਿਹਾ ਪਹੁੰਚ ਜਾਈਏ। ਦਿਨ ਦੇ ਖੜਿਆਂ ਖੜਿਆਂ ਸਲਤਾ ਤਰਨੀ ਪਰ ਚੜ ਤਰਨੀ, ਕਿਉਂਕਿ ਮੁਸ਼ਕਲ ਇਹ ਹੈ ਕਿ ਦਰਿਆ ਅਸਾਂ ਪਾਰ ਕਰਨਾ ਹੈ। ਦਰਿਆ ਤੇ ਬੇੜੀ ਮਿਲਦੀ ਹੈ, ਕਦੋਂ ਮਿਲਦੀ ਹੈ, ਕਿੰਨਾ ਚਿਰ ਲੱਗਦਾ ਹੈ, ਕਿੰਨੀਆਂ ਬੇੜੀਆਂ ਦੀ ਸਾਨੂੰ ਲੋੜ ਹੋਵੇਗੀ, ਸਮਾਂ ਲੱਗ ਸਕਦਾ ਹੈ। ਇਸ ਲਈ ਸਾਨੂੰ ਛੇਤੀ ਤੁਰ ਪੈਣਾ ਚਾਹੀਦਾ ਹੈ। ਮਿਲਹੇ ਆਏ ਸਭ ਵਸਤ ਸੰਭਰਨੀ, ਆਪਾਂ ਇਉਂ ਕਰੀਏ ਕਿ ਤੁਸੀਂ ਅਰਦਾਸ ਕਰੋ ਤੇ ਆਪਾਂ ਤੁਰ ਪਈਏ। ਹੌਲੀ ਹੌਲੀ ਆਪੇ ਸਾਰੇ ਪਿੱਛੋਂ ਤੁਰੇ ਆਉਣਗੇ। ਸੁਨ ਸ਼੍ਰੀ ਤੇਗ ਬਹਾਦਰ ਚੰਦ, ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਇਸ ਵਫਾਦਾਰ ਸਿੱਖ, ਇਸ ਹਿੱਤੂ ਸਿੱਖ ਦੀ ਗੱਲ ਨੂੰ ਬੜੇ ਪਿਆਰ ਦੇ ਨਾਲ ਸੁਣਿਆ। ਕਹਿ ਬੜਵਾ ਮੰਗਵਾਏ ਬਿਲੰਦ, ਉਸੇ ਵੇਲੇ ਆਪਣੀ ਘੋੜੀ ਵੀ ਮੰਗਵਾ ਲਈ। ਸਜਤ ਜੀਨ ਜੁਤ ਲੈ ਕਰ ਆਵਾ, ਬੜੀ ਸੋਹਣੀ ਜੀਨ ਪਾ ਕੇ ਸੇਵਾਦਾਰ ਲੈ ਆਇਆ ਘੋੜੀ। ਆਗੇ ਖਰੋ ਦਾਸ ਦ੍ਰਿਸ਼ਟਾਵਾ, ਜਿਹੜਾ ਦਾਸ ਕੋਲ ਖੜੋਤਾ ਹੋਇਆ ਸੀ। ਸ਼੍ਰੀ ਨਾਨਕ ਕੋ ਤਬਹਿ ਮਨਾਏ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਠੇ, ਸਾਵਧਾਨ ਹੋਏ। ਜਿਵੇਂ ਕਿ ਅੱਜ ਵੀ ਹਰ ਸਿੱਖ ਦੇ ਪ੍ਰਤੀ ਆਦੇਸ਼ ਹੈ। ਕੀ ਕੀਤਾ ਸਤਿਗੁਰਾਂ ਨੇ? ਖੜੇ ਹੋਏ, ਖੜੋ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਚੇਤੇ ਕੀਤਾ। ਉਠ ਸ਼੍ਰੀ ਤੇਗ ਬਹਾਦਰ ਰਾਏ, ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਲੈ ਮੱਖਣ ਕੋ ਆਪਣੇ ਸੰਗ, ਕੀ ਕੀਤਾ? ਅਰਦਾਸ ਕੀਤੀ, ਭਾਈ ਮੱਖਣ ਸ਼ਾਹ ਜੀ ਹੋਰਾਂ ਨੂੰ ਨਾਲ ਲਿਆ ਜੀ। ਚੜੇ ਤੁਰੰਗਨ ਪਰ ਸ਼ੁਭ ਰੰਗ, ਤੇ ਘੋੜਿਆਂ ਤੇ ਸਵਾਰ ਹੋਏ। ਅੱਜ ਵੀ ਸਾਨੂੰ ਸਾਰਿਆਂ ਨੂੰ ਗੁਰੂ ਦਾ ਆਦੇਸ਼ ਹੈ, ਜਿੱਥੇ ਕੋਈ ਕਾਰਜ ਕਰਨ ਲੱਗਿਆਂ ਅਸਾਂ ਨੇ ਅਰਦਾਸ ਕਰਨੀ ਹੁੰਦੀ ਹੈ। ਯਾਤਰਾ ਤੇ ਰਵਾਨਾ ਹੋਣ ਤੋਂ ਪਹਿਲਾਂ ਵੀ ਅਸੀਂ ਸੰਖੇਪਤਾ ਨਾਲ ਅਰਦਾਸ ਕਰਕੇ ਤੁਰਨਾ ਹੁੰਦਾ ਹੈ। ਮੈਂ ਤਾਨ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧੇ ਆਗਾ ਅਰਦਾਸ, ਮੈਂ ਹੋਰ ਥਾਉ ਨਾਹੀ ਜਿਸ ਪੈ ਕਰੂੰ ਬੇਨੰਤੀ, ਮੇਰਾ ਦੁੱਖ ਸੁਖ ਤੁਝ ਹੀ ਪਾਸ, ਘਰ ਬਾਹਰ ਤੇਰਾ ਪਰਵਾਸਾ, ਤੂੰ ਜਨ ਕਹਿ ਹੈ ਸੰਗ, ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ, ਨਾਮ ਜਪੋ ਹਰ ਰੰਗ, ਜਨ ਕੋ ਪ੍ਰਭ ਆਪਣੇ ਕਾ ਤਾਨ, ਜੋ ਤੂੰ ਕਰੇ ਕਰਾਵੇਂ ਸੁਆਮੀ, ਸਾ ਮਸਲਤ ਪ੍ਰਵਾਨ। ਇਉਂ ਵਾਰਤਾ ਹੋਈ ਬੀਤੀ। ਮਾਣਯੋਗ ਮਹਾਕਵੀ ਭਾਈ ਸੰਤੋਖ ਸਿੰਘ ਹੋਰਾਂ ਨੇ ਜੋ ਸਾਨੂੰ ਲਿਖ ਕੇ ਸਾਡੇ ਤੱਕ ਪਹੁੰਚਾਈ ਹੈ। ਇਸ ਤੋਂ ਅੱਗੇ ਫਿਰ ਕੀ ਹੋਇਆ, ਇਹ ਫਿਰ ਭਲਕੇ ਵਿਚਾਰਾਂ ਹੋਣਗੀਆਂ। ਕਰਤਾਰ ਕਿਰਪਾ ਕਰੇ ਆਪਾਂ ਜੁੜਨ ਦਾ ਯਤਨ ਕਰਾਂਗੇ। ਸਾਰੇ ਨਿਮਰਤਾ ਨਾਲ, ਪਿਆਰ ਦੇ ਨਾਲ ਇਹ ਸ਼ਬਦ ਪੜ੍ਹੀਏ ਤੇ ਬੇਨਤੀ ਕਰੀਏ। हे ਅਚੁੱਤ हे ਪਾਰ ਬ੍ਰਹਮ ਅਬਿਨਾਸੀ ਅਗਨਾਸ, हे ਪੂਰਨ हे ਸਰਬਮੈ, हे ਸੰਗੀ हे ਨਿਰੰਕਾਰ, हे ਗੋਬਿੰਦ हे ਗੁਣ ਨਿਧਾਨ, हे ਅਪਰੰਪਰ ਹਰ ਹਰੇ, हे ਸੰਤਾਂ ਕੈ ਸਦਾ ਸੰਗ, हे ਠਾਕੁਰ ਹਉ ਦਾਸਰੋ, ਨਾਨਕ ਦੀਜੈ ਨਾਮਦਾਨ, ਆਏ ਪ੍ਰਭ ਸ਼ਰਣਾਗਤੀ, ਏਕ ਅਖਾਰ ਹਾਰਿ ਮਨ ਬਸਤ, ਨਾਨਕ ਹੋਤ ਨਿਹਾਲ, ਆਏ ਪ੍ਰਭ ਸ਼ਰਣਾਗਤੀ, ਕਿਰਪਾ ਨਿਧ ਦਇਆਲ, ਏਕ ਅਖਾਰ ਹਾਰਿ ਮਨ ਬਸਤ, ਨਾਨਕ ਹੋਤ ਨਿਹਾਲ। ਸਤਿਕਾਰਯੋਗ ਬਾਬਾ ਬੁੱਢਾ ਜੀ ਹੋਰਾਂ ਦੇ 518ਵੇਂ ਜਨਮ ਦਿਨ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ, ਬਹੁਤ ਬਹੁਤ ਵਧਾਈਆਂ। ਫਤਿਹ ਗਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।